ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਨਟ ਨਾਰਾਇਣ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਹਉ ਕਿਆ ਜਾਨਾ ਕਿਆ ਭਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਉਹਦਾ ਲਾਹਾ ਪ੍ਰਾਪਤ ਕਰਨ ਵਾਸਤੇ ਆਪ ਸਰਬੱਤ ਸੰਗਤਾਂ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ 'ਚ ਪਹੁੰਚੇ ਹੋ। ਦਸੋਂ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਨਿਤ ਦੇ ਨਿਯਮ ਅਨੁਸਾਰ ਕਥਾ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਆਓ ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਸੁਣਨਾ ਕਰੋ। ਪਿੱਛੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਨਟ ਨਾਰਾਇਣ ਰਾਗ ਦੇ ਅੰਦਰ ਉਹਨਾਂ ਸ਼ਬਦਾਂ ਦੀ ਸੰਪੂਰਨਤਾ ਕਰਕੇ ਹੁਣ ਅੱਗੇ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਸਤਿਗੁਰੂ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਕਿਰਪਾ ਕਰਦੇ ਆ ਸਰਵਣ ਕਰੋ ਜੀ। ਰਾਗ ਨਟ ਨਾਰਾਇਣ ਮਹੱਲਾ ਪੰਜਵਾ। ਰਾਗ ਨਟ ਨਾਰਾਇਣ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਬਦ ਹਨ। ਉਚਾਰਨ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ਕ ਹੈ। ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਇਹੋ ਜਿਹੇ ਵਿਸ਼ੇਸ਼ਣਾਂ ਵਾਲੇ ਬ੍ਰਹਮ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੈ। ਰਾਮ ਹਉ ਕਿਆ ਜਾਨਾ ਕਿਆ ਭਾਵੈ। ਰਾਮ ਤੋਂ ਭਾਵ ਹੈ ਵੀ ਹੇ ਰਾਮ, ਹੇ ਪਰਮੇਸ਼ਰ, ਰਮੇ ਹੋਏ ਪਰਮੇਸ਼ਰ, ਤੇ ਹਉ ਮੈਂ ਕਿਆ ਕੀ ਜਾਣਾ ਜਾਣਦਾ ਹਾਂ ਕਿ ਤੈਨੂੰ ਕਿਹੜੀ ਗੱਲ ਪਾਉਂਦੀ ਹੈ। ਪਾਉਣੀ ਤੋਂ ਭਾਵ ਹੈ ਕਿਹੜੀ ਗੱਲ ਚੰਗੀ ਲੱਗਦੀ ਹੈ, ਯਾਨੀ ਕਿਹੜਾ ਸਾਧਨ ਪਾਉਂਦਾ ਹੈ ਜਿਸ ਦੇ ਨਾਲ ਤੂੰ ਪ੍ਰਾਪਤ ਹੁੰਦਾ ਹੈ। ਇਹ ਤੂੰ ਹੀ ਜਾਣਦਾ ਹੈ, ਕੋਈ ਹੋਰ ਨਹੀਂ ਜਾਣਦਾ। ਮਨ ਪਿਆਸ ਬਹੁਤ ਦਰਸਾਵੇ। ਪਿਆਸੂ ਦੀ ਤੜਫ ਹੈ ਇਹਦੇ ਵਿੱਚ ਕਿ ਮਹਾਰਾਜ ਮੈਂ ਤਾਂ ਇੱਕੋ ਹੀ ਗੱਲ ਜਾਣਦਾ ਹਾਂ। ਹੇ ਅੰਤਰਜਾਮੀ, ਤੇਰੇ ਦਰਸਾਵੇ ਦਰਸ਼ਨਾਂ ਦੀ ਮੇਰੇ ਮਨ ਚਿੱਤ ਦੇ ਵਿੱਚ ਬਹੁਤ ਅਤਿਅੰਤ ਹੀ ਪਿਆਸ ਨਾਮ ਚਾਹਨਾ ਦਾ ਹੁੰਦਾ ਹੈ, ਚਾਹਨਾ ਲੱਗੀ ਹੋਈ ਹੈ। ਦਰਸ ਤੇਰੇ ਕੀ ਪਿਆਸ ਮਨ ਲੱਗੀ, ਇਹ ਪਿਆਸ ਲੱਗੀ ਹੈ, ਇਹ ਚਾਹਤ ਪੈਦਾ ਹੋਈ ਵੀ ਹੈ। ਰਹਾਉ ਅਸਾਈ ਦੇ ਕੇ ਫਰਮਾਉਂਦੇ ਆ ਜੀ। ਸੋਈ ਗਿਆਨੀ ਸੋਈ ਜਨ ਤੇਰਾ। ਹੇ ਪਰਮੇਸ਼ਰ, ਜਿਹਦੇ ਉੱਪਰ ਆਪ ਜੀ ਦੀ ਕਿਰਪਾ ਹੋ ਜਾਵੇ, ਸੋਈ ਗਿਆਨੀ ਸੋਈ ਜਨ ਤੇਰਾ। ਉਹੀ ਗਿਆਨੀ ਹੈ, ਉਹੀ ਜਨ ਤੇਰਾ ਦਾਸ ਹੈ। ਜਿਸ ਉਪਰ ਰੁਚ ਆਵੇ। ਹੇ ਪਰਮੇਸ਼ਰ, ਜਿਹਦੇ ਉੱਪਰ ਤੁਹਾਡੀ ਰੁਚੀ ਆ ਜਾਂਦੀ ਹੈ ਤੇ ਉਹੀ ਤੇਰੇ ਸਰੂਪ ਦਾ ਗਿਆਨਵਾਨ ਹੈ, ਗਿਆਨੀ ਹੈ, ਉਹੀ ਤੇਰਾ ਭਗਤ ਹੈ। ਕਿਰਪਾ ਕਰੋ ਜਿਸ ਪੁਰਖ ਵਿਧਾਤੇ। ਹੇ ਪੂਰਨ ਤੇ ਵਿਧਾਤੇ ਫਲ ਪ੍ਰਦਾਤੇ ਪਰਮੇਸ਼ਰ, ਜਿਹਦੇ ਉੱਤੇ ਆਪ ਜੀ ਦੀ ਕਿਰਪਾ ਦਇਆ ਦ੍ਰਿਸ਼ਟੀ ਹੈ, ਕਰੋ ਕਰਦੇ ਹੋ ਜਿਹਦੇ ਉੱਤੇ, ਉਹ ਸਦਾ ਹਮੇਸ਼ਾ ਹੀ ਫਲ ਪ੍ਰਦਾਤੇ ਤੇ ਪਰਮੇਸ਼ਰ ਵਾਹਿਗੁਰੂ ਕਰਮਾਂ ਅਨੁਸਾਰ ਫਲ ਦੇਣ ਵਾਲਾ ਹੈ। ਜਿਹਦੇ ਉੱਤੇ ਆਪ ਜੀ ਕਿਰਪਾ ਕਰਦੇ ਹੋ ਸੋ ਸਦਾ ਸਦਾ ਤੁਧ ਧਿਆਵੇ। ਉਹ ਸਦਾ ਹਮੇਸ਼ਾ ਵਾਸਤੇ ਤੇਰੇ ਸਰੂਪ ਦੇ ਧਿਆਨ ਵਿੱਚ ਜੁੜਿਆ ਰਹਿੰਦਾ ਹੈ। ਸਦਾ ਹਮੇਸ਼ਾ ਧਿਆਨ ਕਰ ਬਿਰਤੀ ਦੁਆਰਾ ਤੁਧ ਤੈਨੂੰ ਧਿਆਵੈ, ਧਿਆਉਂਦਾ ਰਹਿੰਦਾ ਹੈ। ਕਵਨ ਜੋਗ ਕਵਨ ਗਿਆਨ ਧਿਆਨਾ। ਹੇ ਪਰਮੇਸ਼ਰ, ਉਹ ਮੰਤਰ ਯੋਗ, ਹਠ ਯੋਗ ਤੇ ਆਦ ਇਹਨਾਂ ਵਿੱਚੋਂ ਕਵਨ ਕਿਹੜਾ ਯੋਗ ਦਸੀਏ। ਕਵਨ ਯੋਗ ਕਵਨ ਗਿਆਨ ਧਿਆਨ, ਤੇ ਉਹ ਕਿਹੜਾ ਗਿਆਨ ਭੇਦ ਗਿਆਨ ਆਦ ਵਿੱਚੋਂ ਕਵਨ ਕਿਹੜਾ ਗਿਆਨ ਦਸੀਏ ਅਤੇ ਉਹ ਕਿਹੜਾ ਧਿਆਨ ਦਸੀਏ।
ਜਿਸ ਕਰਕੇ ਕਵਨ ਗੁਣੀ ਰੀਝਾਵੇ। ਜਿਸ ਨਾਲ ਤੂੰ ਪ੍ਰਾਪਤ ਹੁੰਦਾ ਹੈ ਉਹ ਕਵਨ ਕਿਹੜੇ ਗੁਣ ਹਨ ਜਿਨ੍ਹਾਂ ਨਾਲ ਤੈਨੂੰ ਰੀਝਾਵੇ, ਪ੍ਰਸੰਨ ਕਰ ਲਈਏ ਜਾਂ ਪ੍ਰਸੰਨ ਕਰ ਸਕੀਏ। ਇਹਦਾ ਉੱਤਰ ਇਹੀ ਹੈ ਵੀ ਚਿੱਤ ਦੀ ਬਿਰਤੀ ਦਾ ਨਿਰੋਧ ਕਰਨਾ ਤਾਂ ਹੈ ਯੋਗ, ਯੋਗਾਸ ਚਿੱਤ ਬਿਰਤੀ ਨਿਰੋਧ। ਬ੍ਰਹਮ ਆਤਮਾ ਦਾ ਅਭੇਦ ਨਿਸ਼ਚੈ ਕਰਨਾ ਇਹ ਹੈ ਗਿਆਨ। ਜਿਹੜਾ ਹਿਰਦੇ ਜਿਹੜੇ ਹੇ ਰੂਪ ਦਾ ਹੋ ਜਾਣਾ ਜਿਹੜਾ ਨਾ, ਜਾਂ ਫਿਰ ਜਿਹੜਾ ਧਿਆਤਾ ਧਿਆਨ ਤੇ ਤਿੰਨ ਹੁੰਦੇ ਆ, ਢੇ ਰੂਪ ਹੋ ਜਾਣਾ ਇਹ ਹੈ ਧਿਆਨ। ਸਤ ਸੰਤੋਖ ਆਦਿ ਜਿਹੜੇ ਸ਼ੁਭ ਗੁਣ ਕੋਲ ਹੋਣਾ, ਤੇ ਇਹ ਪ੍ਰਭੂ ਦੀ ਇਹਨਾਂ ਗੁਣਾਂ ਦੇ ਨਾਲ ਪ੍ਰਸੰਨਤਾ ਹੁੰਦੀ ਹੈ। ਕਿਸੇ ਕੋਲ ਸਤ ਹੈ, ਸੰਤੋਖ ਹੈ, ਸ਼ੁਭ ਗੁਣ ਕੋਲ ਹੋਣ ਤਾਂ ਪ੍ਰਭੂ ਦੀ ਪ੍ਰਸੰਨਤਾ ਹੁੰਦੀ ਹੈ। ਇਹ ਦਾ ਉੱਤਰ ਹੈ। ਜਿਵੇਂ ਉੱਪਰ ਜਿਗਿਆਸੂ ਵੱਲੋਂ ਪ੍ਰਸ਼ਨ ਹੈ ਤੇ ਸਤਿਗੁਰਾਂ ਵੱਲੋਂ ਇਹਦਾ ਉੱਤਰ ਹੈ ਸਿਧਾਂਤ ਦਾ। ਸੋਈ ਜਨ ਸੋਈ ਨਿਜ ਭਗਤਾ। हे ਪਰਮੇਸ਼ਰ, ਜਿਹਦੇ ਉੱਪਰ ਆਪ ਜੀ ਦੀ ਕਿਰਪਾ ਹੋ ਜਾਂਦੀ ਹੈ ਨਾ, ਇਹ ਸਾਰੀ ਪੰਕਤੀ ਇਕੱਠੀ ਬੋਲ ਦੋ। ਜਿਸ ਉੱਪਰ ਰੰਗ ਲਾਵੇ। हे ਪਰਮੇਸ਼ਰ ਜੀ ਦੇ ਹਿਰਦੇ ਉੱਪਰ ਉੱਤੇ ਤੂੰ ਰੰਗ ਪ੍ਰੇਮ ਰੂਪੀ ਰੰਗ ਲਾਵੇ, ਲਾ ਦਿੰਦਾ ਹੈ, ਉਹੀ ਤੇਰਾ ਭਗਤ ਹੈ। ਜਨ ਪਿਆਰਾ ਹੈ ਸੋਈ ਉਹੀ ਨਿਜ ਸਵੈ ਸਰੂਪ ਦੀ ਪ੍ਰਾਪਤੀ ਵਾਲਾ ਤੇਰਾ ਭਗਤ ਹੈ। ਸਾਈ ਮਤ ਸਾਈ ਬੁੱਧ ਸਿਆਣਪ। ਉਹੀ ਸ਼ਾਸਤਰ ਗਿਆਨ ਵਾਲੀ ਮਤ ਹੈ, ਉਹੀ ਸਰੂਪ ਲਖਣਾ ਵਾਲੀ ਸਿਆਣਪ ਤੇ ਸਹਿਤ ਬੁੱਧ ਬੁੱਧੀ ਹੈ। ਤੇ ਜਿਤ ਨਿਮਖ ਨਾ ਪ੍ਰਭ ਬਿਸਰਾਵੇ। ਜਿਸ ਕਰਕੇ ਨਿਮਖ ਅੱਖ ਦੇ ਝੌਂਕਣ ਜਿੰਨੇ ਸਮੇਂ ਵਿੱਚ ਵੀ ਪਰਮੇਸ਼ਰ ਵਾਹਿਗੁਰੂ ਜਿਹੜਾ ਨਾ ਬਿਸਰਾਵੇ, ਭੁੱਲੇ ਨਾ, ਹਰ ਵਕਤ ਚਿੰਤਨ ਹੁੰਦਾ ਰਹੇ। ਤੇ ਇਹੀ ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਓ, ਇਉਂ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ। ਤੇ ਅੱਗੇ ਦੱਸਦੇ ਹਨ, ਸੰਤ ਸੰਗ ਲਗ ਇਹੋ ਸੁਖ ਪਾਇਓ। ਤੇ ਸੰਤ ਸ਼ਾਂਤ ਆਤਮਾ ਵਾਲੇ ਜਿਹੜੇ ਗੁਰੂ ਦੀ ਸੰਗ ਸੰਗਤ ਵਿੱਚ ਲਗ ਰਹੇ ਨੇ, ਇਹੋ ਇਸ ਸੁਖ ਨੂੰ ਪਾਇਓ। ਉਹਨਾਂ ਨੇ ਪਾਉਣਾ ਕੀਤਾ ਕਿ ਜਿਹੜਾ ਅੱਗੇ ਹਰ ਗੁਣ ਸਾਧੀ ਗਾਵੇ। ਜਿਹੜਾ ਹਰ ਪਰਮੇਸ਼ਰ ਦੇ ਗੁਣਾਂ ਨੂੰ ਸਦ ਹਮੇਸ਼ਾ ਹੀ ਗਾਵੇ, ਗਾਉਣਾ ਕੀਤਾ ਹੈ। ਕਿਉਂਕਿ ਸੰਤ ਜਿਹੜੇ ਨੇ ਉਹ ਜੀਵਾਂ ਦੀ ਸਹਾਇਤਾ ਕਰਦੇ ਆ। ਸੰਤ ਸਾਈ ਜੀ ਕੇ ਭਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ। ਸੰਤਾਂ ਦੇ ਨਾਲ ਲਾ ਕੇ ਇਹ ਸੁਖ ਪ੍ਰਾਪਤ ਹੁੰਦਾ ਹੈ। ਆਤਮਿਕ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਏ। ਸੋ ਇਸ ਪ੍ਰਕਾਰ ਦੱਸਿਆ ਹੈ। ਦੇਖਿਓ ਅਚਰਜ ਮਹਾ ਮੰਗਲ ਰੂਪ। ਮਹਾ ਵੱਡੇ ਮੰਗਲ ਆਨੰਦ ਰੂਪ ਸਰੂਪ ਦੇ ਅਚਰਜ ਅਚਰਜ ਸਰੂਪ ਪਰਮੇਸ਼ਰ ਨੂੰ ਦੇਖਿਓ, ਵੇਖਣਾ ਕੀਤਾ ਹੈ। ਕਿਛ ਆਨ ਨਹੀਂ ਦਿਸਟਾਵੇ। ਆਨ ਹੋਰ ਕਿਛ ਕੁਝ ਵੀ ਦਿਸਟਾਵੇ, ਦ੍ਰਿਸ਼ਟੀ ਵਿੱਚ ਨਹੀਂ ਆਉਂਦਾ ਹੈ। ਕਹੋ ਨਾਨਕ ਮੂਰਤਾ ਗੁਰ ਲਾਹਿਓ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪੁਰਖ ਨੂੰ ਗੁਰਾਂ ਨੇ ਕਿਰਪਾ ਕਰਕੇ ਮਨ ਰੂਪੀ ਲੋਹੇ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਇਹ ਮੋਰਚਾ ਨਾਮ ਜੰਗਾਲ ਦਾ ਹੁੰਦਾ ਹੈ, ਮੋਰਚਾ ਜੰਗਾਲ ਲਾਹਿਓ ਲਾ ਦਿੱਤਾ ਹੈ। ਐਸੀ ਕਿਰਪਾ ਕਰ ਦਿੱਤੀ ਹੈ। ਤਹ ਗਰਭ ਜੋਨ ਕਹਿ ਆਵੇ। ਤਹ ਉਹ ਫਿਰ ਮਾਤਾ ਦੇ ਗਰਭ ਪੇਟ ਦੁਆਰਾ ਜੋਨਾਂ ਵਿੱਚ ਕਹਿ ਕਿਵੇਂ ਆਵੇਗਾ, ਭਾਵ ਨਹੀਂ ਆਵੇਗਾ। ਨਟ ਨਾਰਾਇਣ ਮਹੱਲਾ ਪੰਜਵਾ ਦੋਪਦੇ। ਨਟ ਨਾਰਾਇਣ ਰਾਗ ਦੇ ਅੰਦਰ ਇਹ ਪੰਜਵੇਂ ਪਾਤਸ਼ਾਹ ਦੋ ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਹਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ ਕਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਐਸੇ ਵਿਸ਼ੇਸ਼ਣਾਂ ਵਾਲਾ ਪਰਮੇਸ਼ਰ ਬ੍ਰਹਮ ਜਿਹੜਾ ਹੈ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੋ ਜਿਸ ਵੇਲੇ ਮਹਾਰਾਜ ਸਾਹਿਬ ਨੇ ਪਿਛਲਾ ਸ਼ਬਦ ਉਚਾਰਨ ਕੀਤਾ, ਪਰਮੇਸ਼ਰ ਤੇ ਆਕਾਸ਼ ਬਾਣੀ ਦੁਆਰਾ ਸਤਿਗੁਰਾਂ ਨੂੰ ਕਹਿਣ ਲੱਗੇ ਕਿ ਤੁਸੀਂ ਜਿਹੜਾ ਇਹ ਸ਼ਬਦ ਉਚਾਰਨ ਕੀਤਾ ਹੈ, ਕਵਨ ਯੋਗ ਕਵਨ ਗਿਆਨ ਧਿਆਨਾ, ਇਹਦੇ ਵਿੱਚ ਉਲਾਂਭਾ ਦਿੱਤਾ ਹੈ ਤੁਸੀਂ। ਇਹ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਇਹ ਸ਼ਬਦ ਉਚਾਰਨ ਕਰਕੇ ਕਹਿਣ ਲੱਗੇ, ਪਰਮੇਸ਼ਰ ਮੈਂ ਉਲਾਂਭਾ ਨਹੀਂ ਦਿੱਤਾ ਹੈ। ਕਥਨ ਕਰਦੇ ਹਨ, ਉਲਾਹਾਂ ਨੂੰ ਮੈਂ ਕਾਹੂ ਨਾ ਦਿਓ। हे ਪਰਮੇਸ਼ਰ ਮੈਂ ਉਲਾਂਭਾ ਨਹੀਂ ਦਿੱਤਾ ਹੈ। ਉਲਾਹਨ ਨੂੰ ਨਾਮ ਉਲਾਂਭੇ ਦਾ ਹੈ। ਉਲਾਂਭਾ ਮੈਂ ਕਾਹੂ ਕਿਸੇ ਨੂੰ ਵੀ ਨਹੀਂ ਦਿਓ ਦਿੱਤਾ ਹੈ।
ਅਲੰਭਾ ਨਹੀਂ ਦਿੱਤਾ ਹੈ। ਮੈਂ ਤਾਂ ਮਨ ਮੀਠ ਤੁਹਾਰੋ ਕੀਓ। ਮੈਂ ਤਾਂ ਜੋ ਤੈਨੂੰ ਭਾਉਂਦਾ ਸੀ ਉਹੀ ਕਥਨ ਕੀਤਾ ਹੈ। ਉਲਾਹ ਨੂੰ ਮੈਂ ਕਾਹੂ ਨਾ ਦਿਓ। हे ਪਰਮੇਸ਼ਰ, ਮੈਂ ਤਾਂ ਮਨ ਚਿੱਤ ਵਿੱਚ ਸਭ ਰਸਾਂ ਤੋਂ ਮਨ ਮੀਠ ਤੁਹਾਰੋ ਕੀਓ, ਜੋ ਮੀਠ ਮਿੱਠਾ ਤੁਹਾਰੋ ਤੇਰਾ ਨਾਮ ਮੰਨਣ ਕੀਤਾ ਹੈ ਨਾ, ਇਸ ਲਈ ਇਹ ਕਹਿ ਦਿੱਤਾ ਹੈ ਕਿ ਨਾਮ ਅੰਮ੍ਰਿਤ ਤੋਂ ਬਗੈਰ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ। ਮੈਂ ਇਹ ਕਿਹਾ ਮਹਾਰਾਜ। ਰਹਾਉ ਅਸਾਈ ਦੇ ਕੇ ਫਰਮਾਉਂਦੇ ਹੈ, ਆਗਿਆ ਮਾਨ ਜਾਨ ਸੁਖ ਪਾਇਆ। हे ਪਰਮੇਸ਼ਰ, ਮੈਂ ਗੁਰਾਂ ਦੀ ਆਗਿਆ, ਗੁਰਾਂ ਦੁਆਰਾ ਭਗਤੀ ਸਿਫਤ ਕਰਨ ਦੀ ਆਗਿਆ, ਇਹ ਮਾਨ ਮਨ ਕਰਕੇ ਤੇ ਇਸ ਨੂੰ ਕਲਿਆਣ ਕਰਤਾ ਜਾਣ ਕੇ ਤੇਰੇ ਸਰੂਪ ਦੀ ਪ੍ਰਾਪਤੀ ਦੇ ਸੁਖ ਨੂੰ, ਆਨੰਦ ਨੂੰ ਪਾਇਆ ਪਾਉਣਾ ਕੀਤਾ ਹੈ। ਸੁਨ ਸੁਨ ਨਾਮ ਤੁਹਾਰੋ ਜੀਓ। ਅਤੇ ਤੇਰੇ ਨਾਮ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਸੁਣ ਕੇ ਆਤਮਿਕ ਜੀਵਨ ਬਲ ਜਿਉਣਾ ਕੀਤਾ ਹੈ। ਇਹਾਂ ਊਹਾ ਹਰ ਤੁਮ ਹੀ। हे ਹਰ ਪਰਮੇਸ਼ਰ, ਇਸ ਲੋਕ ਦੇ ਵਿੱਚ ਵੀ ਤੂੰ ਹੀ ਹੈ ਅਤੇ ਪ੍ਰਲੋਕ ਦੇ ਵਿੱਚ ਵੀ ਤੂੰ ਹੀ ਹੈ। ਇਸ ਕਰਕੇ ਇਹ ਮੈਂ ਨਿਸ਼ਚੈ ਕੀਤਾ ਹੈ। ਇਹੋ ਗੁਰ ਤੇ ਮੰਤਰ ਦ੍ਰਿੜਿਓ। ਇਹ ਜਿਹੜਾ ਨਿਸ਼ਚਾ ਹੋਇਆ ਮੈਂ ਪੂਰੇ ਗੁਰਾਂ ਤੋਂ ਇਹ ਮੰਤਰ ਉਪਦੇਸ਼ ਹਿਰਦੇ ਵਿੱਚ ਦ੍ਰਿੜਿਓ ਪੱਕਾ ਕੀਤਾ ਹੈ, ਭਾਵ ਪ੍ਰਪਗਤਾ ਕਰਕੇ ਵਸਾਇਆ ਹੈ। ਜਬ ਤੇ ਜਾਨ ਪਾਈ ਇਹ ਬਾਤਾਂ। ਜਦੋਂ ਤੋਂ ਗੁਰਾਂ ਦੁਆਰਾ ਇਹ ਬਾਤਾਂ ਗੱਲਾਂ ਜਾਣਨਾ ਪਾਈ ਹੈ ਤੇ ਉਸ ਵੇਲੇ ਤੋਂ ਤਬ ਕੁਸਲ ਖੇਮ ਸਭ ਥੀਓ। ਤਦੋਂ ਤੋਂ ਸਭ ਤਰ੍ਹਾਂ ਕਰਕੇ ਕੁਸਲ ਆਨੰਦ ਖੇਮ ਨਾਮੇ ਰੱਖਿਆ ਦਾ, ਤੇ ਇਹ ਆਨੰਦ ਵੀ ਪ੍ਰਾਪਤ ਹੋ ਗਿਆ, ਰੱਖਿਆ ਵੀ ਹੋਈ ਹੈ ਤੇ ਰੱਖਿਆ ਪ੍ਰਾਪਤ ਥੀਓ ਹੋਈ ਹੈ। ਭਾਵ ਕੀ ਹੈ? ਕੁਸਲ ਖੇਮ ਆ ਪ੍ਰਾਪਤੀ ਦੀ ਪ੍ਰਾਪਤੀ ਦੀ ਰੱਖਿਆ। ਜੋ ਬ੍ਰਹਮ ਗਿਆਨ ਜਿਹੜਾ ਹੈ, ਜੋ ਬ੍ਰਹਮ ਦੇ ਗਿਆਨ ਦੀ ਆ ਪ੍ਰਾਪਤੀ ਹੈ, ਉਹਦੀ ਤਾਂ ਪ੍ਰਾਪਤੀ ਹੋ ਜਾਣੀ, ਅਤੇ ਜੋ ਆਨੰਦ ਪ੍ਰਾਪਤ ਹੋਇਆ ਉਹਦੀ ਫਿਰ ਰੱਖਿਆ। ਇਉਂ ਸਭ ਤਰ੍ਹਾਂ ਕਰਕੇ ਸੁਖ ਆਨੰਦ ਪ੍ਰਾਪਤ ਹੋ ਗਿਆ ਹੈ। ਸਾਧ ਸੰਗ ਨਾਨਕ ਪਰਗਾਸਿਓ। ਸਤਿਗੁਰੂ ਜੀ ਕਥਨ ਕਰਦੇ ਹੈ, ਪਰਮੇਸ਼ਰ ਤੇਰੀ ਪ੍ਰਾਪਤੀ ਵਾਲੀ ਸਾਧ ਸੰਗ, ਸਾਧੂਆਂ ਦੀ ਸੰਗਤ ਨਾਲ ਮਿਲ ਕਰਕੇ ਤੇਰੇ ਸਰੂਪ ਨੂੰ ਪ੍ਰਗਾਸਿਓ, ਪ੍ਰਕਾਸ਼ ਹੋਇਆ ਤੇਰਾ ਸਰੂਪ, ਤੁਹਾਡੇ ਸਰੂਪ ਦਾ ਗਿਆਨ ਦਾ ਪ੍ਰਕਾਸ਼ ਹੋਇਆ ਹੈ। ਆਨ ਨਾਹੀ ਰੇ ਬੀਓ। ਆਨ ਹੋਰ ਕੋਈ ਤੁਹਾਤੋਂ ਬਗੈਰ, ਬੀਓ ਦੂਸਰਾ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ ਮਹਾਰਾਜ। ਇਸ ਕਰਕੇ ਦੂਸਰਾ ਹੈ ਹੀ ਨਹੀਂ ਕੋਈ ਤੇਰੇ ਸਦਰਸ਼। ਅੱਗੇ ਦੱਸਦੇ ਹਨ, ਨਾਟ ਮਹੱਲਾ ਪੰਜਵਾ। ਨਟ ਨਾਰਾਇਣ ਜਿਹੜਾ ਰਾਗ ਹੈ, ਇਹਦੇ ਵਿੱਚ ਵੀ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ, ਜਾ ਕਉ ਭਈ ਤੁਮਾਰੀ ਧੀਰ। हे ਪਰਮੇਸ਼ਰ, ਜਿਨ੍ਹਾਂ ਨੂੰ ਤੁਹਾਡੀ ਬਖਸ਼ਿਸ਼ ਦੁਆਰਾ ਧੀਰਜਤਾ ਪ੍ਰਾਪਤ ਭਈ ਹੋ ਗਈ ਹੈ। ਭਾਵ ਕੀ ਹੈ? ਮਨ ਵਿੱਚ ਤਰਵਾਸਾ ਆ ਗਿਆ ਹੈ ਜਿਨ੍ਹਾਂ ਦੇ। ਜਮ ਕੀ ਤਰਾਸ ਮਿਟੀ ਸੁਖ ਪਾਇਆ। ਉਹਨਾਂ ਦੇ ਹਿਰਦੇ ਵਿੱਚੋਂ ਜਮਾਂ ਦੀ ਤਰਾਸ ਖੌਫਤਾਈ ਮਿਟ ਗਈ ਹੈ, ਨਿਵਰਤ ਹੋ ਗਈ ਹੈ, ਤੇ ਉਹਨਾਂ ਨੇ ਫਿਰ ਤੇਰੇ ਸੁਖ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ। ਨਿਕਸੀ ਹਉਮੈ ਪੀਰ। ਤੇ ਹਉਮੈ ਹੰਗਤਾ ਦੀ ਪੀੜਾ ਵੀ ਨਿਕਸੀ ਨਿਕਲ ਗਈ। ਹੰਗਤਾ ਦੇ ਕਰਕੇ ਹੀ ਜੰਮਣ ਮਰਨਾ ਸੀ, ਹੰਗਤਾ ਦੇ ਕਰਕੇ ਪਈ ਹੋਈ ਜੰਮਣ ਮਰਨ ਦੀ ਭੀੜ ਵੀ ਇਹ ਵੀ ਨਿਕਲ ਗਈ ਹੈ। ਰਹਾਉ ਤੇ ਅੱਗੇ 27 ਦੇ ਕੇ ਫਰਮਾਉਂਦੇ ਨੇ ਜੀ, ਤਪਤ ਬੁਝਾਨੀ ਅੰਮ੍ਰਿਤ ਬਾਣੀ। ਤੇ ਪੀਰ ਭੀੜਾ ਦਾ ਨਾਮ ਵੀ ਹੈ ਤੇ ਪੀਰ ਨਾਮ ਪੀੜਾ ਦਾ ਨਾਮ ਹੀ ਹੈ। ਇਹ ਜਿਹੜੀ ਭੀੜ ਪਈ ਹੋਈ ਸੀ, ਬਿਪਤਾ ਪਈ ਸੀ, ਉਹ ਵੀ ਨਿਕਲ ਗਈ। ਇਹ ਜਿਹੜੀ ਪੀੜ ਸੀ, ਤਕਲੀਫ ਸੀ, ਉਹ ਵੀ ਨਿਕਲ ਗਈ, ਦੂਰ ਹੋ ਗਈ। ਹਾਂਜੀ, ਤਪਤ ਬੁਝਾਨੀ ਅੰਮ੍ਰਿਤ ਬਾਣੀ। ਗੁਰਾਂ ਦੀ ਨਾਮ ਅੰਮ੍ਰਿਤ ਰੂਪ ਬਾਣੀ ਦੇ, ਗੁਰਾਂ ਦੀ ਨਾਮ ਅੰਮ੍ਰਿਤ ਰੂਪ ਬਾਣੀ ਨੇ ਵਿਛੋੜੇ ਦੀ ਜਿਹੜੀ ਤਪਤ ਸੀ, ਤਪਸ਼, ਉਹ ਹਿਰਦੇ ਵਿੱਚੋਂ ਇਉਂ ਬੁਝਾ ਦਿੱਤੀ। ਇਹਨੂੰ ਬੁਝਾਨੀ ਪਾਠ ਕਰਨਾ, ਕਸ ਕੇ ਨਾ ਬੋਲੋ, ਬੁਝਾਨੀ ਨਾ ਬਣੇ, ਬੁਝਣ ਤੋਂ ਭਾਵ ਹੈ ਬੁਝਾ ਦਿੱਤੀ ਹੈ। ਤ੍ਰਿਪਤੇ ਜਿਉ ਬਾਰਿਕ ਖੀਰ। ਜਿਵੇਂ ਛੋਟਾ ਬਾਰਕ ਬੱਚਾ ਮਾਤਾ ਦੇ ਅਸਥਾਨਾਂ ਦਾ ਦੁੱਧ ਚੁੰਘ ਕੇ ਤ੍ਰਿਪਤੇ ਰੱਜ ਜਾਂਦਾ ਹੈ,
ਇਸ ਪ੍ਰਕਾਰ ਤ੍ਰਿਪਤੀ ਹੋਏ। ਮਾਤ ਪਿਤਾ ਸਾਜਨ ਸੰਤ ਮੇਰੇ ਤਾਂ ਮਾਤ ਮਾਂ ਤੇ ਪਿਤਾ ਪਿਓ ਤੇ ਸਾਜਨ ਸੱਜਣ ਆਦ ਸਭ ਕੁਝ ਸੰਤ ਜਨ ਹੀ ਹਨ, ਕਿਉਂਕਿ ਸੰਤ ਸਹਾਈ ਜੀਏ ਕੇ ਭਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਆਂ ਨਾਨਕ ਨਾਮ ਪਿਆਰ। ਇਹ ਸਾਰਿਆਂ ਰਿਸ਼ਤਿਆਂ ਤੋਂ ਪਿਆਰੇ ਔਰ ਸਭ ਤੋਂ ਉੱਚਾ ਤੇ ਮਹਾਪੁਰਸ਼ਾਂ ਦਾ ਹੀ ਸੰਗ ਹੈ। ਇਸ ਕਰਕੇ ਮਹਾਰਾਜ ਮਾਤ ਪਿਤਾ ਸਾਜਨ ਸੰਤ ਮੇਰੇ, ਸੰਤ ਸਹਾਈ ਵੀਰ, ਇਹ ਸੰਤ ਜਨ ਹੀ ਹੈ, ਸਹਾਈ ਸਹਾਇਤਾ ਕਰਨ ਵਾਲੇ ਵੀਰ ਭਰਾ ਹਨ। ਸੰਤ ਜਨਾਂ ਹੀ ਵੀਰ ਸੂਰਮੇ ਬਤ ਸਹਾਈ ਸਹਾਇਤਾ ਕਰਨ ਵਾਲੇ ਨੇ। ਜਿਵੇਂ ਸ਼ਸਤਰ ਵਿਦਿਆ ਨੂੰ ਜਾਣਨ ਵਾਲਾ ਸੂਰਮਾ ਉਹ ਮਿੱਤਰ ਜੰਗ ਵਿੱਚ ਦੁਸ਼ਮਣਾਂ ਤੋਂ ਬਚਾਉਣ ਲਈ ਸਹਾਇਤਾ ਕਰਦਾ ਹੈ, ਇਸ ਤਰ੍ਹਾਂ ਸੰਤ ਸੂਰਮੇ ਕਾਮ ਕ੍ਰੋਧ ਰੂਪੀ ਦੁਸ਼ਮਣਾਂ ਤੋਂ ਬਚਾਉਣ ਦੇ ਲਈ ਉਪਦੇਸ਼ ਦੇਣ ਰੂਪੀ ਸਹਾਇਤਾ ਕਰਦੇ ਹਨ। ਸੰਤ ਸਹਾਈ ਵੀਰ ਤੇ ਇਵੇਂ ਸੰਤ ਸਹਾਇਤਾ ਕਰਨ ਵਾਲੇ ਵੀਰ ਸੂਰਮੇ ਨੇ। ਜਿਵੇਂ ਸ਼ਸਤਰ ਵਿਦਿਆ ਜਾਣਨ ਵਾਲਾ ਸੂਰਮਾ ਮਿੱਤਰ ਜੰਗ ਵਿੱਚ ਦੁਸ਼ਮਣਾਂ ਤੋਂ ਬਚਾਉਂਦਾ ਹੈ, ਇਸੇ ਤਰ੍ਹਾਂ ਸੰਤ ਰੂ ਸੂਰਮੇ ਕਾਮ ਕਰੋ ਆ ਦੁਸ਼ਮਣਾਂ ਤੋਂ ਬਚਾਉਣ ਦੇ ਲਈ ਉਪਦੇਸ਼ ਦੇਣਾ ਇਹੀ ਸਹਾਇਤਾ ਕਰਦੇ ਹਨ। ਖੁੱਲੇ ਭ੍ਰਮ ਭੀਤ ਮਿਲੇ ਗੋਪਾਲਾ, ਜਦੋਂ ਭਰਮ ਰੂਪੀ ਭੀਤ ਤਖਤੇ ਖੁੱਲ ਗਏ ਤੇ ਜਦੋਂ ਭਰਮ ਦੇ ਭੈਦਾਇਕ ਪਰਦੇ ਖੁੱਲ ਗਏ ਤੇ ਹੰਗਤਾ ਰੂਪੀ ਜਿਹੜੀ ਭੀਤ ਕੰਧ ਹੈ ਉਹ ਵੀ ਨਿਵਰਤ ਹੋ ਗਈ ਹੈ, ਤੇ ਉਸ ਵੇਲੇ ਫਿਰ ਗੋਪਾਲਾ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦੇ ਨਾਲ ਵੀ ਮਿਲੇ ਮਿਲਾਪ ਹੋ ਗਿਆ ਹੈ। ਹੀਰਾ ਬੇਦੇ ਹੀਰਾ, ਜਦੋਂ ਜੀਵ ਰੂਪ ਹੀਰਾ ਪਰਮੇਸ਼ਰ ਰੂਪ ਹੀਰੇ ਦੇ ਨਾਲ ਬੇਦੇ ਬਿੰਨਿਆ ਗਿਆ, ਮਿਲ ਗਿਆ। ਜਿਵੇਂ ਹੀਰੇ ਦੀ ਕਣੀ ਦੇ ਨਾਲ ਹੀਰਾ ਬਿੰਨਿਆ ਜਾਂਦਾ, ਇਸੇ ਪ੍ਰਕਾਰ ਹਰੀ ਦੇ ਨਾਮ ਰੂਪੀ ਹੀਰੇ ਦੇ ਨਾਲ ਹਰੀ ਰੂਪੀ ਹੀਰਾ ਬਿੰਨਿਆ ਜਾਂਦਾ ਹੈ। ਭਾਵ ਉਹਦੇ ਨਾਲ ਪ੍ਰੇਮ ਦੀ ਇਸ ਪ੍ਰਕਾਰ ਗੰਢ ਪੈ ਜਾਂਦੀ ਹੈ, ਮਿਲਾਪ ਹੁੰਦਾ ਹੈ। ਬਿਸਮ ਭਾਈ ਨਾਨਕ ਜਸ ਗਾਵਤ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਦੇ ਜਸ ਕੀਰਤਨ ਨੂੰ ਗਾਵਤ ਗਾਉਣੇ ਕਰਕੇ ਗੁਰਮੁਖ ਜਨ ਬਿਸਮ ਬਿਸਮਾਦ ਅਚਰਜਤਾਈ ਨੂੰ ਪ੍ਰਾਪਤ ਪਏ ਹੋਏ ਹਨ, ਅਚਰਜ ਰੂਪ ਹੀ ਹੋ ਗਏ ਹਨ। ਠਾਕੁਰ ਗੁਣੀ ਗਹੀਰ, ਠਾਕੁਰ ਸੁਆਮੀ ਪਰਮੇਸ਼ਰ ਸੁਭ ਗੁਣੀ ਗੁਣਾ ਦੇ ਗਹੀਰ ਸਮੁੰਦਰ ਹਨ। ਨਾਟ ਮਹੱਲਾ ਪੰਜਵਾ। ਨਟ ਰਾਗ ਦੇ ਅੰਦਰ ਹੀ ਮਹਾਰਾਜ ਸਾਹਿਬ ਜੀ ਅੱਗੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਆਪਣਾ ਜਨ ਆਪਹਿ ਆਪ ਉਧਾਰਿਓ, ਪਰਮੇਸ਼ਰ ਨੇ ਆਪਣਾ ਆਪ ਦਾ ਜਨ ਦਾਸ ਜਾਣ ਕੇ ਆਪੇ ਆਪਣੇ ਆਪ ਹੀ ਸੰਸਾਰ ਸਮੁੰਦਰ ਤੋਂ ਉਧਾਰ ਲਿਆ ਹੈ। ਆਠ ਪਹਿਰ ਜਨ ਕੈ ਸੰਗ ਬਸਿਓ, ਪਰਮੇਸ਼ਰ ਆਠ ਅੱਠੇ ਪਹਿਰ ਸਿਮਰਨ ਕਰਨ ਵਾਲੇ ਜਨ ਸੇਵਕਾਂ ਦੇ ਹਰ ਵਕਤ ਸੰਗ ਨਾਲ ਵਸਦਾ ਹੈ। ਮਨਤੀ ਨਾਹੀ ਵਿਸਾਰਿਓ, ਕਦੇ ਵੀ ਆਪਣੇ ਸੇਵਕਾਂ ਨੂੰ ਆਪਣੇ ਮਨ ਤੋਂ ਨਹੀਂ ਵਿਸਾਰਿਓ, ਭੁਲਾਉਂਦਾ ਨਹੀਂ ਹੈ। ਜਿਨ੍ਹਾਂ ਨੇ ਕਦੇ ਵੀ ਮਨ ਵਿੱਚੋਂ ਪਰਮੇਸ਼ਰ ਨਹੀਂ ਭੁਲਾਇਆ ਤੇ ਉਹਨਾਂ ਸੇਵਕਾਂ ਦੇ ਅੱਠੇ ਪਹਿਰ ਪਰਮੇਸ਼ਰ ਨਾਲ ਹੋ ਕੇ ਬਸਦਾ ਹੈ। ਵਰਨ ਚਿਹਨ ਨਾਹੀ ਕਿਛ ਪੇਖਿਓ, ਪਰਮੇਸ਼ਰ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ ਇਹ ਵਰਨਾਂ ਵਿੱਚੋਂ ਚੰਗਾ ਵਰਨ ਨਹੀਂ ਵੇਖਿਆ ਵੀ ਆਹ ਵਰਨ ਚੰਗਾ ਹੈ। ਵਰਨਾਂ ਦੇ ਆਧਾਰ ਤੇ ਨਹੀਂ, ਪ੍ਰੇਮ ਦੇ ਆਧਾਰ ਤੇ ਵੇਖਦਾ ਮਹਾਰਾਜ। ਤੇ ਨਾ ਹੀ ਕੋਈ ਸਾਧਨਾ ਦਾ ਚਿੰਨ ਵੇਖਿਆ ਉਸਨੇ। हे ਪਰਮੇਸ਼ਰ ਤੂੰ ਐਸਾ ਹੈ। ਪਰਮੇਸ਼ਰ ਨੇ ਵਰਨ ਭੇਖ ਤੇ ਚਿੰਨ ਨਿਸ਼ਾਨ ਆਦਿ ਕੁਝ ਵੀ ਨਹੀਂ ਵੇਖਿਓ, ਵੇਖਣਾ ਕੀਤਾ ਹੈ। ਦਾਸ ਕਾ ਕੁਲ ਨਾ ਵਿਚਾਰਿਓ, ਆਪਣੇ ਦਾਸ ਸੇਵਕ ਦਾ ਕੁਝ ਵੀ ਕੁਲ ਇਹ ਵੀ ਨਹੀਂ ਦੇਖਿਆ ਵੀ ਚੰਗੀ ਕੁਲ ਦਾ ਜੇ ਜਾਂ ਜਿਹਨੂੰ ਬ੍ਰਾਹਮਣ ਲੋਕ ਨੀਚ ਕੁਲ ਕਹਿੰਦੇ ਨੇ, ਤੇ ਇਹ ਵੀ ਨਹੀਂ ਦੇਖਿਆ ਹੈ। ਤੇ ਇਹ ਵੀ ਕੁਲ ਕੁਝ ਵੀ ਨਹੀਂ ਵਿਚਾਰਿਆ ਹੈ, ਵਿਚਾਰਨਾ ਨਹੀਂ ਕੀਤਾ ਹੈ। ਤੇ ਇਸ ਪ੍ਰਕਾਰ ਪਰਮੇਸ਼ਰ ਨੇ ਤਾਂ ਕੇਵਲ ਪ੍ਰੇਮ ਹੀ ਦੇਖਿਆ ਹੈ। ਕਰ ਕਿਰਪਾ ਨਾਮ ਹਰ ਦਿਓ, ਹਰ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਗੁਰਾਂ ਦੁਆਰਾ ਆਪਣਾ ਨਾਮ ਦਿਓ ਦਿੱਤਾ ਹੈ। ਅਤੇ ਸਹਿਜ ਸੁਭਾਈ ਸਵਾਰਿਓ, ਸੋ ਤੇ ਸਿੱਧ ਸੇਵਕਾਂ ਦੇ ਮਨ ਨੂੰ ਸੁਭਾਏ ਸ੍ਰੇਸ਼ਟ ਪ੍ਰਕਾਸ਼ ਰੂਪ ਦੇ ਵਿੱਚ ਜੋੜ ਕੇ ਸਵਾਰ ਦਿੱਤਾ ਹੈ, ਜੀਵਨ ਨੂੰ ਸਵਾਰ ਦਿੱਤਾ ਹੈ। ਮਹਾ ਬਿਖਮ ਅਗਨ ਕਾ ਸਾਗਰ, ਤੇ ਇਸ ਪ੍ਰਕਾਰ ਕਹਿੰਦੇ ਹੈ ਵੀ ਇਹ ਜਿਹੜਾ ਸੰਸਾਰ ਹੈ ਮਹਾ ਬੜਾ ਬਿਖਮ ਕਠਨ, ਈਰਖਾ ਕ੍ਰੋਧ ਕਾਲ ਰੂਪੀ ਅਗਨ ਅੱਗ ਦਾ
ਇਹ ਸੰਸਾਰ ਰੂਪੀ ਸਾਗਰ ਸਮੁੰਦਰੀ ਹੈ ਬਣਿਆ ਹੋਇਆ, ਤੇ ਇਹਦੇ ਚੋਂ ਕਠਿਨ ਹੈ ਪਾਰ ਲੰਘਣਾ। ਅੱਗੇ ਦੱਸਦੇ ਨੇ, ਜਿਸ ਤੇ ਪਾਰ ਉਤਾਰਿਓ, ਇਸ ਉਸ ਤੋਂ ਪਰਮੇਸ਼ਰ ਨੇ ਗੁਰਾਂ ਦੁਆਰਾ ਨਾਮ ਰੂਪੀ ਜਹਾਜ਼ ਤੇ ਚੜ੍ਹ ਕੇ ਪਾਰ ਉਤਾਰਿਓ, ਉਤਾਰ ਦਿੱਤਾ ਹੈ, ਭਾਵ ਮੁਕਤੀ ਰੂਪੀ ਕਿਨਾਰੇ ਤੇ ਉਤਾਰ ਦਿੱਤਾ ਹੈ। ਕਿਉਂਕਿ ਮਾਤ ਗਰਭ में आपन सिमरन दे तहतों राखन हारे, पावक सागर अथाह लहर में तारहो तारण हारे। हे महाराज जी उत्थे रखिया है ते इत्थे भी तुसीं रखिया करनी है, ते इस प्रकार बेनतियां करनियां बनदियां। ते ये फिर विखम सागर तो आप ही सतगुरु पार लगा दिंदा है। वाहिगुरु नाम जहाज है, चढ़े सोतरे पार इउं लगा दिंदा है। ਵੇਖ ਵੇਖ ਨਾਨਕ ਬਿਗਸਾਨੋ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਦਰਸ਼ਨ ਪੇਖ ਪੇਖ ਵੇਖ ਵੇਖ ਕੇ ਸੇਵਕ ਜਨਾਂ ਦਾ ਚਿੱਤ ਬਿਗਸਾਨੋਂ ਖਿੜ ਗਿਆ ਹੈ। ਪੁਨਹ ਬਲਿਹਾਰਿਓ, ਉਹ ਬਾਰ-ਬਾਰ ਪਰਮੇਸ਼ਰ ਤੋਂ ਬਲਿਹਾਰਿਓ ਕੁਰਬਾਨ ਜਾਂਦੇ ਹਨ। ऐसा जो परमेश्वर है। नाट महला पंजवा। ते नट नारायण राग दे अंदर महाराज साहब जी अगे पंजवें पातशाह होर शब्द उचारदे हैं। हर हर मन मह नाम कहयो। हे भाई जो सारियां नूं हर हरे भरे करन वाला हर परमेश्वर है, जिस गुरमुख जन ने अपने मन चित्त दे विच ਉਹਦਾ ਨਾਮ ਕਹਿਓ ਕਥਨ ਕੀਤਾ ਹੈ, ਉਚਾਰਨ ਕੀਤਾ ਹੈ। ਕੋਟ ਅਪਰਾਧ ਮਿਟਹਿ ਖਿਨ ਭੀਤਰ। ਉਸ ਗੁਰਮੁਖ ਜਨ ਨੇ ਇੱਕ ਖਿਨ ਛਿਨ ਦੇ ਵਿੱਚ ਹੀ ਜਨਮ ਜਨਮਾਤਰਾਂ ਦੇ ਅੰਦਰ ਕੀਤੇ ਕੋਟ ਨਾ ਕਰੋੜਾਂ ਦਾ ਕਰੋੜਾਂ ਅਪਰਾਧ ਗੁਨਾਹ, ਤੇ ਉਹ ਜਿਹੜੇ ਮਿਟ ਨਾਸ ਹੋ ਜਾਂਦੇ ਨੇ ਉਹ ਗੁਰਮੁਖ ਦੇ। ਜਿਹੜਾ ਅੱਗੇ ਦੱਸਦੇ ਆ ਪਰਮੇਸ਼ਰ ਦੇ ਨਾਲ ਜਿਹੜਾ ਜੁੜਿਆ ਹੈ, ਤਾਕਾ ਦੁੱਖ ਨਾ ਰਹਿਓ। ਉਹਨਾਂ ਦਾ ਕੋਈ ਵੀ ਦੁੱਖ ਜੰਮਣ ਮਰਨ ਦਾ ਜਿਹੜਾ ਸੀ ਉਹ ਰਹਿੰਦਾ ਨਹੀਂ ਹੈ। ਐਸਾ ਹੀ ਨਾਮ ਦਾ ਪ੍ਰਤਾਪ ਹੈ ਜਿਨ੍ਹਾਂ ਨੇ ਨਾਮ ਨੂੰ ਕਹਿਓ ਉਚਾਰਨ ਕੀਤਾ। ਪਿਛਲੀ ਤੁਕ ਦੇ ਵਿੱਚ ਦੱਸਿਆ ਜੋ ਅੱਗੇ ਹਾਂਜੀ ਰਹਾਓ ਅੱਗੇ ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ, ਖੋਜਤ ਭਇਓ ਬੈਰਾਗੀ। ਤੇ ਇਸ ਪ੍ਰਕਾਰ ਕਹਿੰਦੇ ਵੇਦਾਂ ਨੂੰ ਖੋਜਦੇ ਆ, ਸ਼ਾਸਤਰਾਂ ਨੂੰ ਖੋਜਦੇ ਆ, ਮਨ ਬੈਰਾਗੀ ਬੈਰਾਗ ਦੇ ਸਹਿਤ ਭਇਓ ਹੋ ਗਿਆ ਹੈ। ਪ੍ਰਭੂ ਨੂੰ ਖੋਜਦੇ ਆ ਮਨ ਬੈਰਾਗੀ ਬੈਰਾਗਮਾਨ ਹੋ ਗਿਆ ਹੈ। ਅਤੇ ਸਾਧੂ ਸੰਗ ਲਹਿਓ। ਸ੍ਰੇਸ਼ਟ ਜਨਾਂ ਦੀ ਸੰਗਤ ਦੁਆਰਾ ਉਸ ਪਰਮੇਸ਼ਰ ਨੂੰ ਲਹਿਓ, ਲਖ ਲਿਆ ਪ੍ਰਾਪਤ ਕਰਿਆ ਹੈ। ਸਗਲ ਤਿਆਗ ਏਕ ਲਿਵ ਲਾਗੀ। ਤੇ ਇਸ ਪ੍ਰਕਾਰ ਹੋ ਸਗਲ ਸਾਰੇ ਆਸਰੇ ਤਿਆਗ ਦਿੱਤੇ, ਛੱਡ ਦਿੱਤੇ। ਇੱਕ ਪਰਮੇਸ਼ਰ ਦੇ ਵਿੱਚ ਲਿਵ ਬਿਰਤੀ ਜਿਹੜੀ ਹੈ ਉਹ ਲੱਗੀ ਹੈ। ਇਉਂ ਫਿਰ ਹਰ ਹਰ ਚਰਨ ਗਹਿਓ। ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਪੂਜਨੀਕ ਚਰਨਾਂ ਨੂੰ, ਅਧਿਸ਼ਾਨ ਰੂਪ ਚਰਨਾਂ ਨੂੰ ਗਹਿਓ ਪਕੜਨਾ ਕੀਤਾ ਹੈ। ਕਹਿਤ ਮੁਕਤ ਸੁਨਤੇ ਨਿਸਤਾਰੇ। ਪਰਮੇਸ਼ਰ ਦਾ ਜਿਹੜਾ ਨਾਮ ਹੈ ਤੇ ਪਰਮੇਸ਼ਰ ਦਾ ਨਾਮ ਮੁਖ ਦੁਆਰਾ ਕਹਿਤ ਕਥਨ ਕਰਨ ਵਾਲੇ ਉਹ ਵੀ ਮੁਕਤ ਹੋ ਗਏ। ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਨਾਮ ਨੂੰ ਸੁਣਨ ਵਾਲੇ ਜਿਹੜੇ ਸਨ ਉਹ ਵੀ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਹਨ ਪਰਮੇਸ਼ਰ ਨੇ। ਇਸ ਕਰਕੇ ਜੋ ਸ਼ਰਨ ਪਇਓ। ਤੇ ਇਉਂ ਜੋ ਵੀ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਪਿਆ ਹੈ, ਪਰਮੇਸ਼ਰ ਨੇ ਸਭਨਾਂ ਦਾ ਉਧਾਰ ਕੀਤਾ ਹੈ। ਸਿਮਰ ਸੁਆਮੀ ਪ੍ਰਭ ਆਪਣਾ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਹ ਪਰਮੇਸ਼ਰ ਦਾ ਸਿਮਰਨ ਯੋਗ ਵਾਹਿਗੁਰੂ ਦਾ ਸਿਮਰਨ ਸੁਆਮੀ ਮਾਲਕ ਪ੍ਰਭੂ ਆਪਣੀ ਦਾ ਕਰਕੇ ਕਹੋ ਨਾਨਕ ਆਨੰਦ ਭਇਓ। ਸਤਿਗੁਰੂ ਜੀ ਕਥਨ ਕਰਦੇ ਨੇ, ਕਹੋ ਕਥਨ ਕਰਦੇ ਹੈ ਕਿ ਵਾਹਿਗੁਰੂ ਦੀ ਪ੍ਰਾਪਤੀ ਤੇ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਪੂਰਨ ਆਨੰਦ ਪ੍ਰਾਪਤ ਭਇਓ ਹੋਇਆ ਹੈ। ਜਦੋਂ ਸਿਮਰਨੇ ਯੋਗ ਸੁਆਮੀ ਮਾਲਕ ਪ੍ਰਭੂ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਜਾਣ ਕੇ ਜਦੋਂ ਸਿਮਰਨ ਕੀਤਾ, ਯਾਦ ਕੀਤਾ। ਨਾਟ ਮਹੱਲਾ ਪੰਜਵਾ। ਤੇ ਅੱਗੇ ਨਟ ਨਾਰਾਇਣ ਦੇ ਇਸੇ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਅੱਗੇ ਸ਼ਬਦ ਹੈ ਜੀ, ਚਰਨ ਕਮਲ ਸੰਗ ਲਾਗੀ ਡੋਰੀ। ਹੇ ਪਰਮੇਸ਼ਰ ਪਾਪਾਂ ਪੁੰਨਾਂ ਦੇ ਪਾਣੀ ਤੋਂ ਮੁਕਤ ਰੱਖਣ ਵਾਲੇ ਤੇ ਚੇਤਨ ਨੂੰ ਖੜਾਉਣ ਵਾਲੇ ਆਪ ਜੀ ਦੇ ਚਰਨ ਕਮਲਾਂ ਦੇ ਸੰਗ ਨਾਲ ਮੇਰੀ ਡੋਰੀ ਪ੍ਰੀਤੀ
ਬਿਰਤੀ ਲੱਗੀ ਹੋਈ ਹੈ। ਜਿਹੜਾ ਕਮਲ ਹੈ ਪਾਣੀ 'ਚ ਨਹੀਂ ਡੁੱਬਦਾ, ਨਾ ਹੇਠਲੇ ਪਾਣੀ 'ਚ ਡੁੱਬਦਾ ਹੈ, ਨਾ ਉੱਪਰ ਵਾਲਾ ਪਾਣੀ ਹੈ ਉਹ ਉਹਨੂੰ ਪਹੁੰਚ ਸਕਦਾ ਹੈ। ਉੱਪਰ ਵਾਲਾ ਪਾਣੀ ਜਿਹੜਾ ਬੱਦਲਾਂ ਤੋਂ ਵਰਦਾ ਹੈ ਉਹਦੇ 'ਚ ਵੀ ਸੁੱਕਾ ਹੀ ਰਹਿੰਦੇ ਹੈ ਜਿਹੜਾ ਕਮਲ ਨਾ, ਤੇ ਹੇਠਲਾ ਜਿਹੜਾ ਪਾਣੀ ਉਹਦੇ ਕਦੇ ਡੁੱਬਦਾ ਹੀ ਨਹੀਂ। ਇਸੇ ਪ੍ਰਕਾਰ ਜਿਹੜੇ ਗੁਰਮੁਖ ਜਨ ਉਹਨਾਂ ਨੂੰ ਮਾਤ ਲੋਕ ਦੇ ਹੇਠਲੇ ਪਦਾਰਥ ਜਿਹੜੇ ਉਹ ਵੀ ਨਹੀਂ ਡੋਬਦੇ, ਉੱਪਰਲੇ ਸਵਰਗ ਆਦਿ ਦੇ ਪਦਾਰਥ ਜਿਹੜੇ ਬੱਦਲ ਦੀ ਤਰ੍ਹਾਂ ਜਿਵੇਂ ਮੀਂਹ ਪੈਂਦਾ ਹੈ ਤੇ ਕਮਲ ਜਿਹੜਾ ਫਿਰ ਵੀ ਸੁੱਕਾ ਹੀ ਰਹਿੰਦਾ ਹੈ, ਉਹਨਾਂ ਦਾ ਜੀਵਨ ਕਮਲਵਤ ਹੋ ਜਾਂਦਾ ਹੈ। ਪਰ ਤੁਹਾਡੇ ਜਿਹੜੇ ਚਰਨ ਹੈ ਮਹਾਰਾਜ ਕਮਲਾਂ ਦੀ ਨਿਆਈ ਹੈ, ਪਾਪਾਂ ਤੇ ਪੁੰਨਾਂ ਦੇ ਪਾਣੀ ਤੋਂ ਮੁਕਤ ਰੱਖਣ ਵਾਲੇ ਨੇ, ਚਿੱਤ ਨੂੰ ਖਿੰਡਾਉਣ ਵਾਲੇ ਨੇ। ਜਿਵੇਂ ਕਮਲ ਖਿੜਦਾ ਹੈ ਇਸ ਤਰ੍ਹਾਂ ਉਹਨਾਂ ਦੇ ਹਿਰਦਾ ਖੇਡ ਦਿੰਦੇ। ਤੁਹਾਡੇ ਚਰਨ ਜਿਹੜੇ ਨੇ ਪ੍ਰਸੰਨਤਾ ਲਿਆਉਂਦੇ ਹੈ, ਕਿਉਂਕਿ ਕਮਲ ਖਿੜਦਾ ਹੈ, ਇਸੇ ਤਰ੍ਹਾਂ ਚਿੱਤ ਖਿੜ ਜਾਂਦਾ ਹੈ ਚਰਨਾਂ ਦੇ ਨਾਲ। ਇਸ ਕਰਕੇ ਕਿਹਾ ਹੈ ਚਰਨ ਕਮਲ ਸੰਗ ਲਾਗੀ ਡੋਰੀ, ਉਹਨਾਂ ਦੀ ਡੋਰੀ ਬਿਰਤੀ ਲਾਗੀ ਲੱਗ ਗਈ ਹੈ। ਸੁਖ ਸਾਗਰ ਕਰ ਪਰਮਗਤ ਮੋਰੀ, ਇਹ ਸੁਖਾਂ ਦੇ ਸਾਗਰ ਸਮੁੰਦਰ ਮੋਰੀ ਮੇਰੀ ਪਰਮਗਤ ਕਲਿਆਣ ਕਰ। ਰਹਾਉ ਅਸਾਈ ਦੇ ਕੇ ਫਰਮਾਉਂਦੇ ਹੈ ਅੰਚਲਾ ਗਹਾਇਓ ਜਨ ਆਪਣੇ ਕੋ, ਹੇ ਪਰਮੇਸ਼ਰ ਤੂੰ ਆਪਣੇ ਆਪ ਦੇ ਜਨ ਸੇਵਕਾਂ ਨੂੰ ਸਤ ਸੰਗਤ ਦਾ ਜਾਂ ਨਾਮ ਰੂਪ, ਸਤ ਸੰਗਤ ਦਾ ਪੱਲਾ ਅੰਚਲਾ ਨਾਮ ਪੱਲੇ ਦਾ, ਜਾਂ ਨਾਮ ਦਾ ਪੱਲਾ ਗਾਹਿਓ ਪਕੜਾਇਆ ਹੈ ਮਹਾਰਾਜ। ਮਨ ਬੀਦੋ ਪ੍ਰੇਮ ਕੀ ਖੋਰੀ, ਇਸ ਕਰਕੇ ਮੇਰਾ ਮਨ ਚਿੱਤ ਜਿਹੜਾ ਹੈ ਨਾ ਉਹ ਪ੍ਰੇਮ ਦੀ ਖੋਰੀ ਖੁਮਾਰੀ ਵਿੱਚ ਬੀਦੋ ਬਿਨਿਆ ਗਿਆ ਹੈ, ਮਿਲ ਗਿਆ ਹੈ। ਮਨ ਪ੍ਰੇਮ ਦੀ ਖੁਰਾਕ ਵਿੱਚ ਮਸਤ ਹੋ ਗਿਆ ਹੈ। ਜਸ ਗਾਵਤ ਭਗਤ ਰਸ ਉਪਜਿਓ, ਹੇ ਪਰਮੇਸ਼ਰ ਆਪ ਜੀ ਦਾ ਜਸ ਕੀਰਤਨ ਗਾਵਤ ਗਾਉਂਦਿਆਂ ਆਪ ਜੀ ਦੇ ਪ੍ਰੇਮਾ ਭਗਤੀ ਦਾ ਰਸ ਪ੍ਰੇਮ ਹਿਰਦੇ ਵਿੱਚ ਉਪਜਿਓ ਪੈਦਾ ਹੋ ਗਿਆ ਹੈ। ਮਾਇਆ ਕੀ ਜਾਲੀ ਤੋਰੀ, ਤੇਰੇ ਪ੍ਰੇਮਾ ਭਗਤੀ ਦੇ ਪ੍ਰਤਾਪ ਨੇ ਮਾਇਆ ਦੇ ਮੋਹ ਦੀ ਜਾਲੀ ਜਿਹੜੀ ਫਾਹੀ ਸੀ ਇਹ ਤੋਰੀ ਤੋੜ ਦਿੱਤੀ ਹੈ। ਪੂਰਨ ਪੂਰ ਰਹੇ ਕਿਰਪਾ ਨਿਧ, ਇਹ ਕਿਰਪਾ ਨਿਧ ਦਇਆ ਦੇ ਸਮੁੰਦਰ ਪਰਮੇਸ਼ਰ ਤੂੰ ਸਾਰਿਆਂ ਦੀ ਪੂਰਤੀ ਕਰਨ ਵਾਲਾ, ਆਕਾਸ਼ ਦੀ ਨਹੀਂ ਪੂਰਨ ਵਿਆਪਕ ਹੈ। ਇਸ ਲਈ ਮੈਂ ਆਪ ਜੀ ਤੋਂ ਬਗੈਰ ਤੇ ਅੱਗੇ 10 ਦਿਨ ਆਨ ਨਾ ਪੇਖੋ ਹੋਰੀ, ਇਸ ਲਈ ਮੈਂ ਆਪ ਜੀ ਤੋਂ ਬਗੈਰ ਅਵਰ ਹੋਰ ਸਥਾਨ ਵਿੱਚ ਹੋਰ ਕਿਸੇ ਨੂੰ ਵੀ ਵੇਖਣਾ ਨਹੀਂ ਕਰਦਾ। ਹੋਰ ਦੇਵੀ ਦੇਵਤਿਆਂ ਦੇ ਪਾਸੇ ਵੇਖਣ ਤੋਂ ਬਿਰਤੀ ਨੂੰ ਹੋਰੀ ਮੋੜ ਲਿਆ ਹੈ। ਨਾਨਕ ਮੇਲ ਲਿਓ ਦਾਸ ਆਪਣਾ, ਸਤਿਗੁਰੂ ਜੀ ਕਥਨ ਕਰਦੇ ਨੇ ਹੇ ਪਰਮੇਸ਼ਰ ਤੂੰ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਆਪਣਾ ਦਾਸ ਸੇਵਕ ਜਾਣ ਕੇ ਤੇ ਆਪਣੇ ਸਰੂਪ ਨਾਲ ਤੁਸੀਂ ਮਾਰਾ ਮੇਲ ਲਿਆ ਹੈ। ਪ੍ਰੀਤ ਨਾ ਕਬਹੂ ਥੋਰੀ, ਇਸ ਲਈ ਹੁਣ ਕਦੇ ਵੀ ਥੋੜੀ ਪ੍ਰੀਤੀ ਨਹੀਂ ਹੁੰਦੀ, ਭਾਵ ਕਦੇ ਵੀ ਪ੍ਰੀਤੀ ਘਟਦੀ ਨਹੀਂ ਹੈ। ਨਾਟ ਮਹੱਲਾ ਪੰਜਵਾ, ਨਟ ਨਾਰਾਇਣ ਦੇ ਅੰਦਰ ਹੀ ਮਹਾਰਾਜ ਸਾਹਿਬ ਜੀ ਇਸੇ ਰਾਗ ਦੇ ਅੰਦਰ ਅੱਗੇ ਪੰਜਵੇਂ ਪਾਤਸ਼ਾਹ ਸ਼ਬਦ ਉਚਾਰਦੇ ਹਨ ਜੀ। ਮੇਰੇ ਮਨ ਜਪ ਜਪ ਹਰ ਨਾਰਾਇਣ, ਹੇ ਮੇਰੇ ਮਨ ਜਾਂ ਹੇ ਮੇਰੇ ਪਿਆਰੇ ਮਨਾ ਜਪ ਜਪਣੇ ਯੋਗ ਹਰੀ ਨਾਰਾਇਣ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ। ਜਿਸ ਹਰ ਪਰਮੇਸ਼ਰ ਦਾ ਚਾਰੇ ਯੁਗਾਂ ਦੇ ਜੀਵ ਜਾਪ ਕਰਦੇ ਹੈ ਅਤੇ ਜਿਸ ਵਿੱਚ ਨਾਰਾਇਣ ਅਵਿਦਿਆ ਰੂਪੀ ਰਹਿਣ ਰਾਤ ਨਹੀਂ ਹੈ, ਜਿਸ ਵਿੱਚ ਕਾਮ ਕਰੋ ਆਦਿਕ ਵਿਸ਼ਿਆਂ ਦਾ ਘਰ ਨਹੀਂ ਹੈ, ਉਹਦੇ ਨਾਮ ਨੂੰ ਜਪਿਆ ਕਰ। ਅੱਗੇ ਹੁਣ ਜਿਗਿਆਸੂ ਮੁਖ ਦੁਆਰਾ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਾਂ, ਕਥਨ ਕਰਦੇ ਹਨ। ਕਬਹੂ ਨਾ ਵਿਸਰਹੁ ਮਨ ਮੇਰੇ ਤੇ, ਹੇ ਪਰਮੇਸ਼ਰ ਮੇਰੇ ਮਨ ਤੋਂ ਕਦੇ ਵੀ ਵਿਸਰੋ ਭੁੱਲਣਾ ਨਾ ਕਰੋ। 8 ਪਹਿਰ ਗੁਣ ਗਾਇਣ, ਮੈਂ 8 ਪਹਿਰ ਤੇਰੇ ਗੁਣਾਂ ਨੂੰ ਗਾਉਂਦਾ ਰਹਾ, ਐਸੀ ਕਿਰਪਾ ਕਰੋ ਜੀ। ਰਹਾਉ ਅਸਾਈ ਦੇ ਕੇ ਫਰਮਾਉਂਦੇ ਐ ਸਾਧੂ ਧੂਰ ਕਰੋ ਨਿਤ ਮੱਜਨ, ਹੇ ਪਰਮੇਸ਼ਰ ਮੈਂ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਜਾਂ ਗੁਰਾਂ ਦੀ ਚਰਨ ਧੂੜ ਰੂਪੀ ਨਿਤਾ ਪ੍ਰਤੀ ਮੱਜਨ ਪੁਰਬ ਦਾ ਇਸ਼ਨਾਨ ਕਰੋ ਕਰਦਾ ਹਾਂ। ਕਿਉਂਕਿ ਹੋਰ ਵੀ ਜਗ੍ਹਾ ਬਹੁਤ ਸਾਰਾ ਇਹ ਸਿਧਾਂਤ ਸਾਧ ਕੀ ਤੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ, ਤੇ ਇਸ ਪ੍ਰਕਾਰ ਮੈਂ ਇਹ ਮੱਜਨ ਕਰਾਂ ਮਹਾਰਾਜ
ਗੁਰਸਿੱਖਾਂ ਕੀ ਹਰ ਧੂੜਦੇ ਹਮ ਪਾਪੀ ਪੀਕਤ ਭਾਏ। ਜਿਗਿਆਸੂ ਮੁਖ ਦੁਆਰਾ ਹੈ। ਸਭ ਕਿਲ ਬਿਖ ਪਾਪ ਗਵਾਇਣ। ਜੋ ਚਾਰ ਪ੍ਰਕਾਰ ਦੇ ਕਿਲ ਵਿਖ ਪਾਪ ਤੇ ਸਭ ਸਾਰੇ ਸਮਾਨ ਪਾਪਾਂ ਨੂੰ ਗਵਾਇਣ, ਗਾਉਣੇ ਵਾਲੇ ਭਾਵ ਮੇਟਣ ਵਾਲਾ। ਇਹ ਐਸਾ ਆਪ ਜੀ ਦਾ ਇਹ ਪ੍ਰਤਾਪ ਹੈ। ਆਪ ਜੀ ਦੀ ਸੰਤ ਜਨ ਜਿਹੜੇ ਨਾਮ ਜਪਦੇ ਉਹਨਾਂ ਦੀ ਚਰਨ ਧੂੜੀ ਦਾ ਐਡਾ ਪ੍ਰਤਾਪ ਹੈ। ਇਸ ਕਰਕੇ ਤਾਂ ਮੰਗਦੇ ਹਾਂ ਪੂਰਨ ਪੂਰ ਰਹੇ ਕਿਰਪਾ ਨਿਧ। ਤੇ ਹੇ ਕਿਰਪਾ ਨਿਧ ਯਾਨੀ ਕਿਰਪਾ ਦੇ ਸਮੁੰਦਰੋਂ ਤੁਸੀਂ, ਦਇਆ ਦੇ ਕਿਰਪਾ ਨਾਮ ਹੈ ਦਇਆ ਦਾ, ਦਇਆ ਦੇ ਸਮੁੰਦਰੋਂ ਇੰਨੀ ਦਇਆ ਤੁਹਾਡੇ ਚ ਪਰਮੇਸ਼ਰ। ਤੇ ਆਪ ਜੀ ਪੂਰਨ ਆਕਾਸ਼ ਦੀ ਨਿਆਈ ਪੂਰ ਪੂਰ ਵਿਆਪਕ ਹੋ ਰਹੇ ਹੋ, ਪੂਰਨ ਪੂਰ ਰਹੇ। ਇਸ ਕਰਕੇ ਐਸੇ ਹੋ ਮਹਾਰਾਜ ਆਪ ਘਟ ਘਟ ਦਿਸ਼ਟ ਸਮਾਇਣ। ਚਾਰ ਖਾਣੀਆਂ ਦੇ ਘਟ ਘਟ ਘਟਾਂ ਘਟਾਂ ਵਿੱਚ ਆਪ ਹੀ ਦ੍ਰਿਸ਼ਟਾ ਰੂਪ ਹੋ ਕੇ ਵੇਖਣਾ ਕਰਦੇ ਹੋ। ਆਪ ਹੀ ਸਾਰਿਆਂ 'ਚ ਸਮਾਏ ਹੋਏ ਹੋ, ਮਿਲੇ ਹੋਏ ਹੋ। ਇਸ ਕਰਕੇ ਜਿਨ੍ਹਾਂ ਨੂੰ ਤੂੰ ਇਹ ਦ੍ਰਿਸ਼ਟੀ ਦਿੱਤੀ ਹੈ ਕਿ ਤੂੰ ਆਪ ਹੀ ਚਾਰ ਖਾਣੀਆਂ ਦੇ ਘਟਾਂ ਘਟਾਂ ਵਿੱਚ ਦ੍ਰਿਸ਼ਟਾ ਰੂਪ ਹੋ ਕੇ ਵੇਖਣ ਵਾਲਾ ਹੈ, ਉਹ ਤੇਰੇ ਸਰੂਪ ਵਿੱਚ ਸਮਾ ਜਾਂਦੇ ਹਨ। ਜੇ ਜਾਪ ਤਾਪ ਕੋਟ ਲੱਖ ਪੂਜਾ। ਇਹ ਪਰਮੇਸ਼ਰ ਕੋਟ ਕਰੋੜਾਂ ਦਾ ਨਾਮ ਹੈ। ਕੋਟ ਜਾਪ ਜਿਹੜੇ ਜਪ ਕਰਨ ਵਾਲੇ ਦੇਵਤਿਆਂ ਦੇ ਮੰਤਰ ਉਹਨਾਂ ਦਾ ਜਪਣਾ ਕਰਨਾ, ਤੇ ਕਰੋੜਾਂ ਤਾਪ ਤਪ ਧੂਣੀਆਂ ਤਪਾਉਣੀਆਂ ਆਦ, ਤੇ ਇਸ ਪ੍ਰਕਾਰ ਦੀ ਲੱਖਾਂ ਪ੍ਰਕਾਰ ਆਦਿ ਦੀ ਪੂਜਾ ਇਹ ਜਿਹੜੀ ਹੈ ਹਰ ਸਿਮਰਨ ਤੁਲ ਨਾ ਲਾਇਣ। ਇਹ ਸਾਰੀਆਂ ਪਰਮੇਸ਼ਰ ਦੇ ਨਾਮ ਦੇ ਤੁਲ ਬਰਾਬਰ ਨਹੀਂ, ਸਦਰਸ਼ ਨਹੀਂ ਹੈ। ਇਹ ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਤਾ। ਪਰਮੇਸ਼ਰ ਦਾ ਨਾਮ ਹੀ ਸਾਰਿਆਂ ਸਰੋਮਣ ਹੈ। ਦੋਏ ਕਰ ਜੋੜ ਨਾਨਕ ਦਾਨ ਮੰਗੈ। ਸਤਿਗੁਰੂ ਜੀ ਕਥਨ ਕਰਦੇ ਹੈ ਕਿ हे ਪਰਮੇਸ਼ਰ, ਮੈਂ ਤਾਂ ਦੋਵੇਂ ਹੱਥ ਜੋੜ ਕਰਕੇ ਇਹੋ ਹੀ ਦਾਨ ਮੰਗਦਾ ਹਾਂ। ਕਿਹੜਾ ਦਾਨ ਮੰਗਦੇ ਆ ਦੱਸਦੇ ਹਨ। ਤੇਰੇ ਦਾਸਨ ਦਾਸ ਦਸਾਇਣ। ਤੇਰੇ ਜਿਹੜੇ ਦਾਸਨ ਦਾਸ ਸੇਵਕਾਂ ਦੇ ਸੇਵਕ ਨੇ ਉਹਨਾਂ ਦਾ ਮਨ ਬਾਣੀ ਸਰੀਰ ਕਰਕੇ ਸੇਵਕ ਸੰਦਾਉਣਾ ਕਰਾਂ। ਜਿਹੜੀਆਂ ਉਹਨਾਂ ਦਾ ਵੀ ਕਿ ਦਾਸ ਹੋ ਜਾ, ਉਹ ਤੇਰੇ ਸੇਵਕਾਂ ਦੇ ਸੇਵਕਾਂ ਤੋਂ ਤੇਰੀ ਪ੍ਰਾਪਤੀ ਦਾ ਉਪਦੇਸ਼ ਦਸਾਇਣ ਪੁੱਛਣਾ ਕਰਾਂ। ਉਹ ਦੱਸ ਸਕਦੇ ਨੇ ਕਿਉਂਕਿ ਤੈਨੂੰ ਮਿਲ ਚੁੱਕੇ ਹਨ। ਨਾਟ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅੱਗੇ ਉਚਾਰਨ ਕਰਦੇ ਹਨ ਇਸੇ ਰਾਗ ਵਿੱਚ। ਮੇਰਾ ਸਰਬਸ ਨਾਮ ਨਿਧਾਨ। ਪਰਮੇਸ਼ਰ ਦਾ ਨਾਮ ਰੂਪੀ ਨਿਧਾਨ ਖਜ਼ਾਨਾ ਹੀ ਮੇਰੇ ਸਰਵੰਸ ਹੈ ਮੇਰਾ, ਇਹੀ ਸਭ ਕੁਛ ਹੈ। ਕਾਰ ਕਿਰਪਾ ਸਾਧੂ ਸੰਗ ਮਿਲਿਓ। ਜਦੋਂ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਨਾ ਕੀਤੀ ਤਦ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲਿਓ, ਮਿਲਣਾ ਹੋਇਆ ਜਾਂ ਮਿਲਣਾ ਕੀਤਾ ਹੈ। ਸਤਿਗੁਰ ਦੀਨੋ ਦਾਨ। ਇਹ ਬ੍ਰਹਮ ਦਾ ਜਿਹੜਾ ਬ੍ਰਹਮ ਗਿਆਨ ਦਾ ਦਾਨ ਹੈ ਸਤਿਗੁਰਾਂ ਨੇ ਦੀਨੋਂ ਦੇਣਾ ਕੀਤਾ ਜਾਂ ਸਤਿਗੁਰਾਂ ਨੇ ਨਾਮ ਦਾ ਦਾਨ ਦੇਣਾ ਕੀਤਾ। ਤੇ ਇਸ ਪ੍ਰਕਾਰ ਕਹਿੰਦੇ ਹਨ ਜੇ ਰਹਾਉ ਹਸਾਈ ਦੇ ਕੇ ਫਰਮਾਉਂਦੇ ਆ ਸੁਖ ਦਾਤਾ ਦੁਖ ਭੰਜਨ ਹਾਰਾ। ਜੋ ਸੁਖ ਦਾਤਾ ਸੁੱਖਾਂ ਨੂੰ ਦੇਣ ਵਾਲਾ, ਸਾਰੇ ਦੁੱਖਾਂ ਨੂੰ ਭੰਨਣ ਵਾਲਾ, ਨਾਸ਼ ਕਰਨ ਵਾਲਾ ਹੈ। ਉਹ ਕੌਣ ਹੈ? ਪਰਮੇਸ਼ਰ ਹੈ। ਗਾਓ ਕੀਰਤਨ ਪੂਰਨ ਗਿਆਨ। ਉਹਨਾਂ ਦੇ ਗੁਣਾਂ ਨੂੰ ਕੀਰਤਨ ਵਿੱਚ ਪਾ ਕੇ ਗਾਓ, ਗਾਉਣਾ ਕਰੋ, ਤੇ ਫਿਰ ਪੂਰਨ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਗਿਆਨਵਾਨ ਹੋ ਜਾਈਦਾ ਹੈ। ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ। ਕਾਮ ਮੰਦ ਵਾਸ਼ਨਾ ਹਿਰਦੇ ਦੀ, ਕ੍ਰੋਧ ਤੀਖਣ ਹਿਰਦੇ ਦੀ ਬਿਰਤੀ, ਲੋਭ ਲਾਲਚ ਬਾੜੀ ਬਿਰਤੀ ਆਦਿ ਜਿਹੜੇ ਵਿਕਾਰ ਖੰਡ ਖੰਡ ਟੁਕੜੇ ਟੁਕੜੇ ਕੀਨੇ ਕਰ ਦਿੱਤੇ। ਇਸ ਕਰਕੇ ਇਹ ਟੁਕੜੇ ਟੁਕੜ ਕਰ ਜਾਂ ਗਿਆਨ ਰੂਪੀ ਖੰਡੇ ਦੇ ਨਾਲ ਖੰਡਣਾ ਕੀਤੇ ਹਨ। ਇਸ ਤੋਂ ਅੱਗੇ ਦੱਸਦੇ ਨੇ ਬਿਨਸਿਓ ਮੂੜ ਅਭਿਮਾਨ। ਮੂਰਖਤਾਈ ਪੈਦਾ ਕਰਨ ਵਾਲਾ ਕੀ ਸੀ? ਅਭਿਮਾਨ, ਹੰਕਾਰ ਵੀ ਬਿਨਸਿਓ ਨਾਸ ਹੋ ਗਿਆ ਹੈ। ਕਿਆ ਗੁਣ ਤੇਰੇ ਆਖ ਵਖਾਣਾ। ਹੇ ਪਰਮੇਸ਼ਰ, ਤੇਰੇ ਜਿਹੜੇ ਗੁਣ ਹੈ, ਸ੍ਰੇਸ਼ਟ ਖੂਬੀਆਂ ਨੇ, ਉਹ ਮੈਂ ਕੀ ਆਖ ਕੇ ਵਿਖਿਆਨ ਕਰਾਂ ਇਹਨਾਂ ਦਾ। ਹੇ ਅੰਤਰਜਾਮੀ ਵਾਹਿਗੁਰੂ,
ਤੇਰੇ ਕਿਹੜੇ ਗੁਣ ਉਪਕਾਰ, ਗੁਣ ਉਪਕਾਰ ਦਾ ਹੁੰਦਾ ਹੈ। ਆਖ ਮੁਖ ਦੁਆਰਾ ਬਖਾਣਾ ਕਥਨ ਕਰਕੇ ਦਸੀਏ, ਕਿਉਂਕਿ ਗੁਣ ਬਹੁਤੇ ਨੇ ਤੇਰੇ, ਉਪਕਾਰ ਬਹੁਤੇ ਨੇ ਤੇਰੇ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਤੇ ਜੇਵਾ ਇਹ ਕਵਨ ਗੁਣ ਕਹੀ ਹੈ, ਤੇ ਇਸ ਕਰਕੇ ਮਹਾਰਾਜ ਜਾਂ ਫਿਰ ਹਮ ਕਿਆ ਗੁਣ ਤੇਰੇ ਬਿਥ ਰਹੇ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜੇ। ਤੂੰ ਪਾਰਾਵਾਰ ਤੋਂ ਰਹਿਤ ਹੈ, ਤੇਰੇ ਗੁਣ ਬਹੁਤੇ ਨੇ ਮਹਾਰਾਜ, ਕਹੇ ਨਹੀਂ ਜਾ ਸਕਦੇ ਹਨ। ਰੱਬ ਅੰਤਰ ਜਾਮੀ ਜਾਨ, ਤੇ ਪ੍ਰਭੂ ਪਰਮੇਸ਼ਰ ਜਿਹੜਾ ਹੈ ਉਹ ਹਿਰਦੇ ਦੀ ਜਾਣਨ ਵਾਲਾ ਹੈ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਘਟਾ ਖੰਡਾ ਦੀ ਜਾਣਨ ਵਾਲਾ ਅੰਤਰਜਾਮੀ ਹੈ। ਹੇ ਵਾਹਿਗੁਰੂ, ਤੂੰ ਸਦਾ ਹੀ ਜਾਣਨ ਵਾਲਾ ਹੈ, ਘਟਾਂ ਘਟਾਂ ਦੇ ਗਿਆਨ ਸਰੂਪ ਜਾਣਨਾ ਕੀਤਾ ਹੈ। ਅਸੀਂ ਤੈਨੂੰ ਅੰਤਰਜਾਮੀ ਘਟਾਂ ਘਟਾਂ ਦੇ ਜਾਣਨ ਵਾਲਾ ਗਿਆਨ ਸਰੂਪ ਜਾਣਨਾ ਕੀਤਾ ਹੈ ਕਿ ਤੂੰ ਗਿਆਨ ਸਰੂਪ ਹੈ। ਚਰਨ ਕਮਲ ਸਰਨ ਸੁਖ ਸਾਗਰ, ਸਤਿਗੁਰੂ ਜੀ ਕਥਨ ਕਰਦੇ ਹਨ, ਇਹ ਸੁਖਾਂ ਦੇ ਸਾਗਰ ਸਮੁੰਦਰ ਪਰਮੇਸ਼ਰ, ਮੈਂ ਤੇਰੇ ਚਰਨਾਂ ਕਮਲਾਂ ਦੀ ਸ਼ਰਨ ਓਟ ਵਿੱਚ ਆਇਆ ਹਾਂ। ਨਾਨਕ ਸਦ ਕੁਰਬਾਨ, ਅਤੇ ਮੈਂ ਤੇਰੇ ਉੱਪਰੋਂ ਸਦ ਹਮੇਸ਼ਾ ਕੁਰਬਾਨ ਬਲਿਹਾਰ ਜਾਂਦਾ ਹਾਂ। ਨਾਟ ਮਹੱਲਾ ਪੰਜਵਾ। ਨਟ ਨਾਰਾਇਣ ਦੇ ਅੰਦਰ ਹੀ ਮਹਾਰਾਜ ਸਾਹਿਬ ਜੀ ਇਸ ਰਾਗ 'ਚ ਅੱਗੇ ਸ਼ਬਦ ਉਚਾਰਦੇ ਹਨ ਜੀ। ਹੋ ਵਾਰ ਵਾਰ ਜਾਓ ਗੁਰ ਗੋਪਾਲ, ਹੇ ਗੁਰੂ ਗੋਪਾਲ ਅਕਾਲ ਪੁਰਖ ਜੀ, ਹਉ ਮੈਂ ਤੇਰੇ ਉੱਪਰੋਂ ਵਾਰ ਨੇ ਬਲਿਹਾਰ ਜਾਓ ਜਾਂਦਾ ਹਾਂ। ਵਾਰ ਰੋਮ ਰੋਮ ਕਰਕੇ ਹਰੇਕ ਦਿਨ ਵਾਰ ਨਾਮ ਇਹਦਾ, ਜਿਵੇਂ ਸੋਮਵਾਰ ਮੰਗਲਵਾਰ ਬੁੱਧਵਾਰ, ਇਹ ਵੀ ਤਾਂ ਵਾਰੇ ਹੈ ਨਾ। ਹਰੇਕ ਵਾਰ ਭਾਵ ਦਿਨਾਂ ਦੇ ਵਿੱਚ ਮੈਂ ਤੇਰੇ ਉੱਪਰੋਂ ਕੁਰਬਾਨ ਜਾਂਦਾ ਹਾਂ ਜੇ। ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਨੇ, ਓਹੇ ਨਿਰਗੁਣ ਤੁਮ ਪੂਰਨ ਦਾਤੇ, ਸਾਰਾ ਬੋਲੋ। ਦੀਨਾ ਨਾਥ ਦਇਆਲ, ਹੇ ਦੀਨਾ ਗਰੀਬਾਂ ਦੇ ਨਾਲ ਸੁਆਮੀ, ਦਇਆਲ ਦਇਆ ਦੇ ਘਰ ਪਰਮੇਸ਼ਰ। ਮੋਹੇ ਮੈਂ ਸਤ ਸੰਤੋਖ ਦਇਆ ਧਰਮ ਆਦ ਨਿਰਗੁਣ, ਇਹਨਾਂ ਗੁਣਾਂ ਤੋਂ ਰਹਿਤ ਹਾਂ। ਇਹ ਗੁਣ ਨਹੀਂ ਹੈ ਮੇਰੇ ਵਿੱਚ। ਅਤੇ ਤੂੰ ਸਾਰਿਆਂ ਗੁਣਾਂ ਕਰਕੇ ਪੂਰਨ ਲਵਾਲਾ ਭਰਿਆ ਹੋਇਆ, ਅਤੇ ਰੋਜੀ ਦੇਣ ਦਾ ਗੁਣ ਤੇਰੇ 'ਚ, ਬ੍ਰਹਮ ਗਿਆਨ ਆਦਿ ਦੀਆਂ ਇਹ ਦਾਤਾਂ ਤੂੰ ਦੇਣ ਵਾਲਾ ਹੈ। ਰੋਜੀ ਆਦਿ ਨੇ ਸਵਾਸ ਤੈਂ ਦਿੱਤੇ, ਜ਼ਿੰਦਗੀ ਤੈਂ ਦਿੱਤੀ ਹੈ, ਐਸਾ ਹੈ ਤੂੰ। ਇਸ ਕਰਕੇ ਆਪ ਮਹਾਰਾਜ ਪਰਮੇਸ਼ਰ ਐਸੇ ਹੋ, ਮਾਧੋ ਹਮ ਐਸੇ ਤੂੰ ਐਸਾ। ਮੋਹਿ ਨਿਰਗੁਣ ਤੁਮ ਪੂਰਨ ਦਾਤੇ, ਤੁਸੀਂ ਪਰਿਪੂਰਨ ਹੋ, ਦਾਤੇ ਹੋ, ਸਾਰੀ ਜਗ੍ਹਾ ਲਵਾਰਾ ਭਰੇ ਹੋਏ ਹੋ। ਦੀਨਾਨਾਥ ਬੋਲਦੇ ਜੀ। ਦੀਨਾਨਾਥ ਦਇਆਲ, ਦੀਨਾ ਗਰੀਬਾਂ ਨਾਲ ਸੁਆਮੀ ਹੈ, ਦਇਆਲ ਦਇਆ ਦਾ ਘਰ ਹੈ ਪਰਮੇਸ਼ਰ। ਇਸ ਕਰਕੇ ਮੈਂ ਤਾਂ ਮੋਹਿ ਨਿਰਗੁਣ, ਮੈਂ ਨਿਰਗੁਣੀ ਆਰੇ ਦੀ ਬੇਨਤੀ ਹੋਈ ਹੈ। ਮੇਰੇ ਗੁਣ ਕੋਈ ਨਹੀਂ ਹੈ, ਸਭ ਅਵਗੁਣ, ਗੁਣ ਨਹੀਂ ਕੋਈ, ਗੁਣ ਕੋਈ ਵੀ ਨਹੀਂ ਹੈ। ਇਸ ਕਰਕੇ ਤੂੰ ਲਵਾਲਾ ਭਰਿਆ ਹੋਇਆ, ਜੇ ਤੂੰ ਰੋਜੀ ਦੇਣ ਦੀ, ਤੇ ਦੀਨ ਗਰੀਬ ਨੇ ਜਿਹੜੇ ਉਹਨਾਂ ਨੂੰ ਬ੍ਰਹਮ ਗਿਆਨ ਆਦ ਇਹ ਦਾਤਾਂ ਦੇਣ ਵਾਲਾ ਦਾਤਾਰ ਵੀ ਹੈ ਤੂੰ ਮਹਾਰਾਜ। ਇਸ ਕਰਕੇ ਦਾਤਾ ਹੈ, ਇਹ ਦਾਤਾਂ ਤੇਰੇ ਹੱਥ ਵਿੱਚ ਹਨ। ਉਠਤ ਬੈਠਤ ਸੋਵਤ ਜਾਗਤ, ਤੇ ਹੇ ਪਰਮੇਸ਼ਰ, ਉੱਠਦਿਆਂ ਬੈਠਤ ਬੈਠਦਿਆਂ, ਸੋਵਤ ਸੌਂਦਿਆਂ, ਜਾਗਤ ਜਾਗਦਿਆਂ, ਇਹ ਸਾਰੀਆਂ ਅਵਸਥਾ ਵਿੱਚ ਜੀ ਪ੍ਰਾਨ ਧਨ ਮਾਲ ਤੇਰਾ ਨਾਮ ਜਪਦੇ ਹਨ। ਜੀ ਜ਼ਿੰਦਗੀ, ਪ੍ਰਾਨ ਪ੍ਰਾਨਾਂ, ਸਵਾਸਾਂ ਦੇ ਧਨ ਮਾਲ, ਹਾਥੀ ਘੋੜੇ ਆਦਿ ਸਭ ਤੇਰਾ ਸਿਮਰਨ ਹੀ ਸਮਝਣਾ ਕੀਤਾ ਹੈ। ਸੰਸਾਰ ਤੋਂ ਉੱਠਦਿਆਂ ਉਪਰਾਮ ਹੁੰਦਿਆਂ, ਬੈਠਤ ਸਮਾਧੀ ਵਿੱਚ ਬੈਠਦਿਆਂ, ਨਿਰਵਿਕਲਪ ਸਮਾਧੀ ਵਿੱਚ ਸੌਂਦਿਆਂ, ਉੱਠਤ ਬੈਠਤ ਸੋਵਤ ਜਾਗਤ, ਸੰਸਾਰ ਤੋਂ ਉਪਰਾਮ ਹੋਣ ਰੂਪ ਉੱਠਦਿਆਂ, ਬੈਠਤ ਸਮਾਧੀ ਵਿੱਚ ਬੈਠਦਿਆਂ, ਤੇ ਸੋਵਤ ਨਿਰਵਿਕਲਪ ਸਮਾਧੀ ਵਿੱਚ ਸੌਂਦਿਆਂ, ਭਾਵ ਜੁੜਦਿਆਂ, ਜਾਗਤ ਗਿਆਨ ਅਵਸਥਾ ਵਿੱਚ ਜਾਗਦਿਆਂ, ਜ਼ਿੰਦਗੀ ਪ੍ਰਾਣ ਤੇ ਸਰਵਣ ਮੰਨਣ ਅਧਿਆਸਨ ਰੂਪੀ ਅੱਗੇ ਦਾਰਨ ਜੀ ਪ੍ਰਾਨ, ਜੀ ਪ੍ਰਾਨ ਧਨ ਮਾਲ। ਇਸ ਪ੍ਰਕਾਰ ਫਿਰ ਜ਼ਿੰਦਗੀ ਪ੍ਰਾਣ ਤੇ ਸਰਵਣ ਮੰਨਣ ਅਧਿਆਸਨ ਰੂਪੀ ਧਨ ਮਾਲ ਆਦਿ ਸਭ ਕੁਝ ਤੇਰਾ ਸਿਮਰਨੀ ਸਮਝਿਆ ਹੈ। ਦਰਸ਼ਨ ਪਿਆਸ ਬਹੁਤ ਮਨ ਮੀਰੈ, ਦਰਸ ਤੇਰੇ ਕੀ ਪਿਆਸ ਮਨ ਲਾਗੀ। हे ਪਰਮੇਸ਼ਰ,
ਮੈਨੂੰ ਤੇਰੇ ਦਰਸ਼ਨਾਂ ਦੀਦਾਰ ਕਰਨ ਦੀ ਬਹੁਤ ਅਤਿਅੰਤ ਹੀ ਪਿਆਸ ਇੱਛਾ ਲੱਗੀ ਹੋਈ ਹੈ। ਦਰਸ਼ਨ ਪਿਆਸ ਬਹੁਤ ਮਨ ਮੀਰੈ। हे ਪਰਮੇਸ਼ਰ, ਮੇਰੇ ਮਨ ਹਿਰਦੇ ਵਿੱਚ ਤੇਰੇ ਦਰਸ਼ਨ ਦੀਦਾਰ ਦੀ ਬਹੁਤ ਅਤਿਅੰਤ ਹੀ ਪਿਆਸ ਇੱਛਾ ਲੱਗੀ ਹੋਈ ਹੈ। ਨਾਨਕ ਦਰਸ਼ਨ ਨਿਹਾਲ। ਸਤਿਗੁਰੂ ਜੀ ਕਥਨ ਕਰਦੇ ਨੇ ਇਸ ਲਈ, हे ਪਰਮੇਸ਼ਰ, ਮੈਨੂੰ ਤੂੰ ਦਰਸ ਦੀਦਾਰ ਦੇ ਕੇ ਨਿਹਾਲ ਪ੍ਰਸੰਨ ਕਰ ਦੇ ਮਹਾਰਾਜ। ਨਟ ਪੜਤਾਲ ਮਹੱਲਾ ਪੰਜਵਾ। ਨਟ ਨਾਰਾਇਣ ਰਾਗ ਦੇ ਅੰਦਰ ਹੀ ਗੁਰੂ ਅਰਜਨ ਦੇਵ ਜੀ, ਮਹੱਲਾ ਪੰਜਵਾ, ਗੁਰੂ ਅਰਜਨ ਦੇਵ ਜੀ ਪੰਜਵਾਂ ਸਰੂਪ ਗੁਰੂ ਨਾਨਕ ਦਾ ਪੜਤਾਲ ਛੰਦ ਦੀ ਚਾਲ ਹੈ। ਪੜਤਾਲ ਜਿਹਦੇ ਪੱਟ ਮੇਂ ਤਾਲ ਪੈਣ, ਤਾਲ ਪਰ ਤਾਲ ਪਵੇ, ਤੇ ਜਿਹਦੇ 'ਚ ਪੜਤਾਲ ਖੋਜ ਹੋਵੇ ਪਰਮਾਤਮਾ ਦੀ, ਉਹਨੂੰ ਪੜਤਾਲ ਕਹਿੰਦੇ ਹੈ। ਤੇ ਅੱਗੇ ਮੰਗਲ ਕਰਦੇ ਹਨ। ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼, ਸਤਨਾਮ ਹੈ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਕੋ ਹੈ ਮੇਰੋ ਸਾਜਨ ਮੀਤ। ਜਿਹੜਾ ਇਹੋ ਜਿਹਾ ਸੱਜਣ ਮੀਤ ਹੈ ਪ੍ਰਾਪਤ ਕੀ ਹੁੰਦਾ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਕੋ ਹੈ, ਕਹਿੰਦੇ ਹੈ ਕੋਈ ਐਸਾ ਮੇਰੋ ਸਾਜਨ ਮੀਤ। ਹੇ ਭਾਈ, ਕੋਈ ਅਜਿਹਾ ਮੇਰੋ ਮੇਰਾ ਮਨ ਦਾ ਸਾਜਨ ਸੱਜਣ, ਬਾਣੀ ਜਾਂ ਸਰੀਰ ਦਾ ਮੀਤ ਮਿੱਤਰ, ਜਾਂ ਮਨ ਬਾਣੀ ਸਰੀਰ ਦਾ ਕੋਈ ਸੱਜਣ ਤੇ ਲੋਕ ਪਰਲੋਕ ਦਾ ਮਿੱਤਰ ਹੈ ਕੋਈ ਐਸਾ ਜਿਹੜਾ ਫਿਰ ਹਰ ਨਾਮ ਸੁਨਾਵੈ ਨੀਤ। ਤੇ ਜਿਹੜਾ ਫਿਰ ਨਿਤਾ ਪ੍ਰਤੀ ਕਹਿੰਦੇ ਕੋਈ ਐਸਾ ਸੱਜਣ ਹੈ ਜਿਹੜਾ ਮੀਤ ਮਿੱਤਰ, ਮਨ ਬਾਣੀ ਸਰੀਰ ਦਾ ਸੱਜਣ ਤੇ ਲੋਕ ਪਰਲੋਕ ਦਾ ਮਿੱਤਰ, ਜਿਹੜਾ ਨੀਤ ਨਿਤਾ ਪ੍ਰਤੀ ਹਰ ਪਰਮੇਸ਼ਰ ਦੇ ਨਾਮ ਨੂੰ ਸੁਣਾਵੇ, ਸੁਣਾਉਣਾ ਕਰੇ। ਤੇ ਜਿਹੜਾ ਪਰਮੇਸ਼ਰ ਦਾ ਨਾਮ ਸੁਣਾਵੇ ਉਹਨੂੰ ਕਿਹਾ ਮਿੱਤਰ। ਤੇ ਪ੍ਰਸ਼ਨ ਸਤਿਗੁਰੂ ਜੀ ਇਹ ਦੱਸੋ ਵੀ ਹਰ ਰੋਜ਼ ਨਾਮ ਸੁਣਾਉਣ ਕਰਕੇ ਕੀ ਲਾਭ ਪ੍ਰਾਪਤ ਹੁੰਦਾ ਹੈ? ਉਹਦਾ ਹੁਣ ਉੱਤਰ ਦਿੰਦੇ ਨੇ ਮਹਾਰਾਜ ਸਾਹਿਬ। ਬਿਨਸੈ ਦੁਖ ਵਿਪਰੀਤ। ਪਰਮੇਸ਼ਰ ਦਾ ਹਰ ਰੋਜ਼ ਨਾਮ ਸੁਣਨ ਕਰਕੇ ਜੰਮਣ ਮਰਨ ਦਾ ਦੁੱਖ ਵਿਪਰੀਤ ਵਿਪਰਜੈ ਭਾਵਨਾ ਬਿਨਸੇ ਨਾਸ ਹੋ ਜਾਂਦੀ ਹੈ। ਇਹਦਾ ਫਲ ਹੈ। ਇਸ ਕਰਕੇ ਸਾਰੇ ਜਿਹੜੇ ਦੁੱਖ ਨੇ ਜੰਮਣ ਮਰਨ ਆਦਿ ਉਹ ਵੀ ਮਿਟ ਜਾਂਦੇ ਹੈ, ਕਿਉਂਕਿ ਪਰਮੇਸ਼ਰ ਦਾ ਚਿੰਤਨ ਹੋਣ ਲੱਗ ਜਾਂਦਾ ਹੈ। ਤੇ ਇਸ ਪ੍ਰਕਾਰ ਫਿਰ ਹੈ। ਪ੍ਰਸ਼ਨ ਕੀਤਾ, ਕਹਿੰਦੇ ਜਿਗਿਆਸੂ, ਹੈ ਜਿਗਿਆਸੂ ਜਨ, ਨਾਮ ਸੁਣਾਉਣ ਵਾਲੇ ਨੂੰ ਤੂੰ ਕੀ ਭੇਟਾ ਦੇਵੇਂਗਾ? ਹੁਣ ਜਿਗਿਆਸੂ ਨੂੰ ਪੁੱਛਦੇ ਆ, ਤਾਂ ਜਿਗਿਆਸੂ ਵੱਲੋਂ ਉੱਤਰ ਦੇ ਕੇ ਦੱਸਦੇ ਨੇ ਮਹਾਰਾਜ। ਸਭ ਅਰਪ ਮਨ ਤਨ ਚੀਤ। ਤੇ ਉਸ ਨੂੰ ਮੈਂ ਆਪਣਾ ਮਨ ਅਤੇ ਤਨ, ਆਪਣੀ ਚੀਤ ਚਿਤਵਣੀ ਆਦ ਸਭ ਸਾਰਾ ਕੁਛ ਅਰਪੋਂ ਅਰਪਣ ਦੇਵਾਂਗਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਉਹਨੂੰ ਸਭ ਕੁਝ ਅਰਪ ਦਈਏ, ਭੇਟਾ ਕਰ ਦਈਏ। ਰਹਾਉ ਅਸਾਈ ਦੇ ਕੇ ਫਰਮਾਨ ਕਰਦੇ ਨੇ ਜੀ, ਕੋਈ ਵਿਰਲਾ ਆਪਨ ਕੀਤ। ਤੇ ਕੋਈ ਬਿਰਲਾ ਟਾਮਾ ਟਾਮਾ ਪੁਰਖੀ ਪਰਮੇਸ਼ਰ ਨੇ ਆਪਨ ਆਪ ਦਾ ਸੇਵਕ ਬਣਾਉਣਾ ਤੇ ਉਹਨਾਂ ਨੇ ਕੀਤ ਕੀਤਾ ਹੈ। ਤੇ ਬਹੁਤ ਬਿਰਲੇ ਜਿਹੜਾ ਆਪਣਾ ਸੇਵਕ ਬਣਾਵੇ ਮਹਾਰਾਜ ਨੇ ਬਣਾਏ। ਸੰਗ ਚਰਨ ਕਮਲ ਮਨ ਸੀਤ। ਜਿਨ੍ਹਾਂ ਦਾ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਸੰਗ ਨਾਲ ਨਿਮਰਤਾ ਰੂਪੀ ਸੂਈ ਵਿੱਚ ਪ੍ਰੇਮ ਰੂਪੀ ਧਾਗਾ ਪਾ ਕੇ ਸੀਤ ਸੀਤਾ ਹੋਇਆ ਹੈ। ਜਿਸ ਦਾ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ ਮਨ ਅੱਠੇ ਪਹਿਰ ਲਿਵ ਲਾ ਕੇ ਸੀਤਲ ਹੋਇਆ ਹੈ ਤੇ ਇਸ ਪ੍ਰਕਾਰ ਉਹ ਸ਼ਾਂਤ ਹੋ ਗਿਆ ਹੈ। ਕਰ ਕਿਰਪਾ ਹਰ ਜਸ ਦੀਤ। ਕਿਰਪਾ ਦਇਆ ਦ੍ਰਿਸ਼ਟੀ ਕਰਕੇ ਜਿਸ ਨੂੰ ਹਰ ਪਰਮੇਸ਼ਰ ਨੇ ਆਪਣਾ ਜਸ ਕੀਰਤਨ ਕਰਨਾ ਦੀਤ ਦਿੱਤਾ ਹੈ। ਇਹ ਬਹੁਤ ਬੜੀ ਭਗਤੀ ਹੈ। ਕਲਯੁਗ ਦੇ ਵਿੱਚ ਸ਼੍ਰੋਮਣੀ ਕਰਮ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਇ ਧਿਆਨਾ। ਹਾਂਜੀ, ਅੱਗੇ ਦੱਸਦੇ ਹਨ, ਹਰ ਭਜ ਜਨਮ ਪਦਾਰਥ ਜੀਤ। ਇਹ ਭਾਈ ਗੁਰਮੁਖ ਜਨਾਂ ਨੇ ਹਰ ਪਰਮੇਸ਼ਰ ਦਾ ਭਜਨ ਕਰਕੇ ਆਪਣਾ ਮਨੁੱਖਾ ਜਨ ਰੂਪੀ ਪਦਾਰਥ ਜਿੱਤ ਲਿਆ। ਇਸ ਲਈ ਤੁਸੀਂ ਵੀ ਗੁਰਮੁਖਾਂ ਵਾਂਗ ਨਾਮ ਸਿਮਰਨ ਦੁਆਰਾ ਆਪਣਾ ਮਨੁੱਖਾ ਜਨ ਰੂਪੀ ਪਦਾਰਥ ਜਿਤਨਾ ਕਰੋ। ਕੋਟ ਪਤਿਤ ਹੋਏ ਪੁਨੀਤ। ਜਿਸ ਪਰਮੇਸ਼ਰ ਦਾ ਸਿਮਰਨ ਕਰਕੇ ਕੋਟ ਕਰੋੜਾਂ ਜਨਮਾਂ ਦੇ ਵਿੱਚ ਜਿਹੜੇ ਪਾਪ ਕਰਮ ਕਰਨ ਵਾਲੇ ਉਹ ਜੀਵ ਸਨ, ਪਤਿਤ ਪਾਪੀ ਜੀਵ ਵੀ ਪੁਨੀਤ ਪਵਿੱਤਰ ਹੋਏ ਹੋ ਜਾਂਦੇ ਆ। ਐਸਾ ਪ੍ਰਤਾਪ ਹੈ ਉਹ ਪਰਮੇਸ਼ਰ ਦਾ। ਨਾਨਕ ਦਾਸ ਬਲ ਬਲ ਕੀਤ। ਸਤਿਗੁਰੂ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਆ, ਇਸੇ ਪਰਮੇਸ਼ਰ ਦਾ ਨਾਮ ਜਪਣ ਵਾਲੇ
ਪੁਰਖਾਂ ਤੋਂ ਮੈਂ ਆਪਣਾ ਆਪ ਬਲ ਬਲ ਬਲਿਹਾਰ ਕੁਰਬਾਨ ਕੀਤ ਕੀਤਾ ਹੈ। ਨਟ ਅਸ਼ਟਪਦੀਆ ਮਹੱਲਾ ਚੌਥਾ। ਤੇ ਇਹ ਨਟ ਨਾਰਾਇਣ ਰਾਗ ਦੇ ਵਿੱਚ ਇੱਥੇ ਹੁਣ ਅਸ਼ਟਪਦੀਆਂ ਦੀ ਬਾਣੀ ਜਿਹੜੀ ਆ ਫਿਰ ਮੁੜ ਕੇ, ਕਿਉਂਕਿ ਚੌਥੇ ਪਾਤਸ਼ਾਹ ਤੇ ਪੰਜਵੇਂ ਪਾਤਸ਼ਾਹ ਦੇ ਸ਼ਬਦ, ਹਾਂਜੀ, ਇਸ ਕਰਕੇ ਇਹਦੇ ਵਿੱਚ ਜਿਹੜਾ ਪਿੱਛੇ, ਕਿਉਂਕਿ ਇਹਨਾਂ ਸ਼ਬਦਾਂ ਦੀ ਕੁਝ ਥੋੜੀ ਜਿਹੀ ਉਥਾਨਕਾ ਵੀ ਹੈ, ਤੇ ਇਹਦਾ ਜਿਹੜਾ ਜਿਵੇਂ 2 ਅੰਕ ਆਇਆ, ਇਹ ਪੜਤਾਲ ਦੇ 2 ਪਦ ਨੇ, ਇਸ ਕਰਕੇ ਆ 2 ਅੰਕ ਆਇਆ ਹੋਇਆ। ਇੱਕ ਪਦ ਇਹ ਪੜਤਾਲ ਵਾਲਾ ਇੱਕ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ, ਇਸ ਕਰਕੇ ਇੱਕ ਪਦ ਆ ਗਿਆ। ਇਸ ਤੋਂ ਅੱਗੇ 10 ਹੈ, ਗੁਰੂ ਅਰਜਨ ਦੇਵ ਜੀ ਦੇ 10 ਸ਼ਬਦ ਨੇ, ਇਸ ਕਰਕੇ ਤਾਂ ਇਹ 10 ਸ਼ਬਦ ਆਇਆ। ਤੇ ਗੁਰੂ ਰਾਮਦਾਸ ਜੀ ਦੇ 9 ਸ਼ਬਦ ਹੈ, ਗੁਰੂ ਅਰਜਨ ਦੇਵ ਜੀ ਦੇ 10, ਇਹ ਸਾਰਿਆਂ ਦਾ ਜੋੜ ਜਿਹੜਾ ਹੈ ਨਾ ਅੱਗੇ 19 ਆ ਗਿਆ। ਤੇ ਇਹ ਤਾਂ ਹੈ ਇਹਨਾਂ ਦੀ ਅੰਕਾਂ ਦੀ ਕੁਛ ਵਿਚਾਰ। ਤੇ ਅੱਗੇ ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਦੇ ਆ, ਨਟ ਨਾਰਾਇਣ ਦੇ ਅੰਦਰ ਹੀ ਨਾ ਅਸ਼ਟਪਦੀਆਂ, ਤੇ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀਆਂ ਅਸ਼ਟਪਦੀਆਂ ਦੀ ਬਾਣੀ ਚੱਲ ਪਈ ਹੈ। ਪਹਿਲਾ ਮੰਗਲ ਕਰਦੇ ਇਹਨੂੰ ਸੁਣੋ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਓੰਕਾਰ ਸਰਵ ਕਾ ਪ੍ਰਕਾਸ਼, ਸਤਿਨਾਮ ਤੁਰ ਹੈ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਤੇ ਇਹ ਮੰਗਲ ਕੀਤਾ ਹੈ। ਇਹ ਜਿਹੜਾ ਸ਼ਬਦ ਹੈ ਮਹਾਰਾਜ ਸਾਹਿਬ ਜੀ ਨੇ ਬੈਰਾਗ ਅਵਸਥਾ ਦੇ ਵਿੱਚ ਕਦੋਂ ਤੇ ਕਿਹੋ ਜਿਹੇ ਵਾਤਾਵਰਣ ਚ ਉਚਾਰਨ ਕੀਤਾ ਹੈ। ਉਹ ਹੈ ਜਿਸ ਵਕਤ ਇਹਨਾਂ ਦਾ ਸਾਥ ਸੀ, ਕੁਝ ਇਤਿਹਾਸਕਾਰਾਂ ਨੇ ਨਾਮ ਭਾਈ ਜੇਠਾ ਜੀ ਲਿਖਿਆ ਹੈ, ਤੇ ਜਿਵੇਂ ਅੰਮ੍ਰਿਤ ਛਕ ਕੇ ਨਾਮ ਬਦਲ ਜਾਂਦਾ ਹੈ, ਗੁਰੂ ਸ਼ਰਨ ਆਉਣ ਕਰਕੇ ਨਾਮ ਬਦਲ ਜਾਂਦਾ ਹੈ। ਪਰ ਮਹਾਂਪੁਰਖ ਕਹਿੰਦੇ ਸੀ ਵੀ ਭਾਈ ਇਉਂ ਹੋ ਸਕਦਾ ਹੈ ਵੀ ਇਹ ਜੇਠੇ ਪੁੱਤ ਸੀ ਬਾਬਾ ਹਰਦਾਸ ਮਲ ਦੇ, ਇਦੋਂ ਵੱਡਾ ਕੋਈ ਹੈ ਨਹੀਂ ਸੀ, ਇਹਨਾਂ ਦਾ ਭੈਣ ਭਰਾ ਕੋਈ ਨਹੀਂ ਸੀ, ਜੇਠੇ ਸੀ, ਤਾਂ ਜੇਠਾ ਕਹਿਣ ਲੱਗੇ ਹੋਣੇ ਆ। ਕੁਝ ਵੀ ਹੋਵੇ, ਚਲੋ ਇਹ ਰਵਾਇਤ ਚੱਲੀ ਆ ਜੇਠਾ ਕਹਿਣ ਦੀ ਵੀ, ਪਰ ਗੁਰਬਾਣੀ ਦੇ ਵਿੱਚ ਨਾਮ ਰਾਮਦਾਸ ਹੀ ਆਇਆ, ਤੇ ਭਾਈ ਗੁਰਦਾਸ ਨੇ ਰਾਮਦਾਸ ਹੀ ਲਿਖਿਆ ਹੈ। ਤੇ ਇਸ ਪ੍ਰਕਾਰ ਜਿਹੜਾ ਇਹ ਦੱਸਿਆ ਵੀ ਜਦੋਂ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਦੀ ਸੇਵਾ ਵਿੱਚ ਗੋਇੰਦਵਾਲ ਸਾਹਿਬ ਰਹਿੰਦੇ ਸੀ, ਉਸ ਸਮੇਂ ਇੱਕ ਵਾਰੀ ਇਹਨਾਂ ਦੇ ਮਾਤਾ ਦਇਆ ਕੌਰ ਜੀ ਇਹਨਾਂ ਨੂੰ ਗੋਇੰਦਵਾਲ ਸਾਹਿਬ ਤੋਂ ਲਾਹੌਰ ਲਿਜਾਣ ਲਈ ਆਏ। ਮਾਤਾ ਜੀ ਨੇ ਭਾਈ ਜੇਠਾ ਜੀ ਨੂੰ ਮਿਲ ਕੇ ਬਹੁਤ ਪਿਆਰ ਦਿੱਤਾ, ਕਹਿਣ ਲੱਗੇ ਪੁੱਤਰ ਹੁਣ ਤੂੰ ਮੇਰੇ ਨਾਲ ਲਾਹੌਰ ਚੱਲ, ਤੇਰੇ ਪਿਤਾ ਜੀ ਆਉਣ ਤੋਂ ਬਾਅਦ ਮੈਂ ਇਕੱਲੀ ਰਹਿ ਗਈ। ਚਿੱਤ ਬੜਾ ਉਦਾਸ ਰਹਿੰਦਾ ਹੈ। ਮਾਤਾ ਜੀ ਦੇ ਬਚਨ ਮੰਨ ਕੇ ਚੌਥੇ ਪਾਤਸ਼ਾਹ ਜੀ ਚੁੱਪਚਾਪ ਰਹੇ, ਕੁਝ ਬੋਲੇ ਨਹੀਂ। ਤੇ ਅਖੀਰ ਨੂੰ ਫਿਰ ਮਾਤਾ ਨੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕਰ ਦਿੱਤੀ, ਮਹਾਰਾਜ ਕਿਰਪਾ ਕਰੋ, ਇਹ ਰਾਮਦਾਸ ਦੇ ਪਿਤਾ ਚੜ੍ਹਾਈ ਕਰ ਗਏ ਹੈ, ਇਸ ਕਰਕੇ ਮੈਂ ਇਹਨੂੰ ਲੈਣ ਵਾਸਤੇ ਆਈ ਹਾਂ, ਮੇਰਾ ਜੀਵਨ ਹੈ, ਮੇਰਾ ਇਕਲੌਤਾ ਪੁੱਤਰ ਹੈ, ਇਹਨੂੰ ਮੇਰੇ ਨਾਲ ਭੇਜ ਦਿਓ। ਮਾਤਾ ਜੀ ਦੇ ਬੇਨਤੀ ਕਰਨ ਤੇ ਤੀਸਰੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਕਿਹਾ, ਪੁਰਖਾ ਤੁਹਾਡੀ ਮਾਤਾ ਲੈਣ ਵਾਸਤੇ ਆਈ ਹੈ, ਤੁਸੀਂ ਜਾਓ ਇਹਨਾਂ ਦੇ ਨਾਲ, ਤੇ ਇਸ ਲਈ ਤੁਸੀਂ ਮਾਤਾ ਦੇ ਨਾਲ ਲਾਹੌਰ ਆਪਣੇ ਹੋਰ ਸੰਬੰਧੀਆਂ ਨੂੰ ਵੀ ਮਿਲ ਲਓ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਉੱਤਰ ਨਹੀਂ ਦਿੱਤਾ, ਕਿਉਂਕਿ ਉੱਤਰ ਦਿੰਦੇ ਹੀ ਨਹੀਂ ਸੀ, 7 ਵਚਨ ਦੇ ਅਧਿਕਾਰੀ ਸੀ। ਸਤਿਗੁਰਾਂ ਦਾ ਅਟਲ ਹੁਕਮ ਸਮਝ ਕੇ ਆਪਣਾ ਮਨ ਸਤਿਗੁਰਾਂ ਦੇ ਚਰਨਾਂ 'ਚ ਛੱਡ ਗਏ। ਸਰੀਰ ਮਾਤਾ ਜੀ ਦੇ ਨਾਲ ਲਾਹੌਰ ਨੂੰ ਤੁਰ ਗਿਆ। ਲਾਹੌਰ ਪਹੁੰਚ ਕੇ ਸਾਰੇ ਸੰਬੰਧੀਆਂ ਨੂੰ ਮਿਲੇ, ਪਰ ਅੰਦਰ ਤੋਂ ਰੂਹ ਹੀ ਨਹੀਂ ਹੈ ਕਿਸੇ ਨਾਲ ਵੀ, ਚਿੱਤ ਪ੍ਰਸੰਨ ਨਹੀਂ ਹੁੰਦਾ। ਸਤਿਗੁਰੂ ਦੇ ਵਿਛੋੜੇ ਕਰਕੇ ਤੇ ਗੁਰੂ ਰਾਮਦਾਸ ਜੀ ਬਹੁਤ ਉਦਾਸ, ਗੁਰੂ ਪਦ ਤਾਂ ਚਲੋ ਜਦੋਂ ਗੁਰਤਾ ਗੱਦੀ ਮਿਲੀ ਉਦੋਂ ਹੋਏ, ਉਸ ਵੇਲੇ ਬਹੁਤ ਉਦਾਸ ਅਵਸਥਾ ਵਿੱਚ ਰਹੇ। ਕਿਸੇ ਨਾਲ ਕੋਈ ਵਚਨ ਵਿਲਾਸ ਨਾ ਕਰਨ, ਨਾ ਜ਼ਿਆਦਾ ਬੋਲਣ, ਇਕੱਲੇ ਹੀ ਰਹਿਣ ਜਾਂ ਨਿਵੇਕਲੀ ਥਾਂ ਤੇ ਬਿਰਾਜੇ ਰਹਿਣ। ਮਾਤਾ ਜੀ ਨੇ ਸੋਚਿਆ ਵੀ ਮੇਰੇ ਪੁੱਤਰ ਨੂੰ ਕੋਈ ਬਿਮਾਰੀ ਲੱਗ ਗਈ ਹੈ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਸ ਹਾਲਤ ਵਿੱਚ ਉਹਨਾਂ ਦੇ ਪਿਤਾ ਨੇ ਕਿਹਾ ਸੀ। ਮਾਤਾ ਨੇ ਸੋਚਿਆ ਸੀ ਹਰਦਾਸ ਮੈਦ ਲੈ ਕੇ ਆਂਦਾ ਸੀ, ਇਉਂ ਸਾਸ ਨਹੀਂ। ਇਸ ਪ੍ਰਕਾਰ ਹੀ ਮਾਤਾ ਨੇ ਸੋਚਿਆ ਕੋਈ ਹਕੀਮ ਬੁਲਾਵਾਂ। ਪੁਰਾਣੇ ਸਮੇਂ 'ਚ ਹਕੀਮ ਬੜੇ ਆਲਾ ਦਰਜੇ ਦੇ, ਬੜੇ ਜਿਨ੍ਹਾਂ ਦੀਆਂ ਬੜੀਆਂ ਮਿਹਨਤਾਂ ਵੀ ਸੀ, ਸਾਧਨ ਸੀ ਉਹਨਾਂ ਦੇ ਕੋਲ। ਤੇ ਮਾਤਾ ਜੀ ਨੇ ਇੱਕ ਤਾਂ ਸੰਨਿਆਸੀ ਹਕੀਮ ਸੀ, ਉਹਨੂੰ ਸੱਦਾ ਦਿੱਤਾ ਵੀ ਮੇਰੇ ਪੁੱਤਰ ਨੂੰ ਵੇਖੋ, ਕਿ ਤੁਸੀਂ ਸਿਆਣੇ ਹਕੀਮ ਹੋ। ਇੱਕ ਜੋਗੀ ਹਕੀਮ ਸੀ। ਜੋਗੀ ਹਕੀਮ
ਤੇ ਸੰਨਿਆਸੀ ਹਕੀਮ, ਇਹ ਦੋਨਾਂ ਨੂੰ ਬੁਲਾ ਲਈ ਮਾਤਾ ਜੀ। ਮਾਤਾ ਜੀ ਕਹਿਣ ਲੱਗੇ ਮੇਰਾ ਪੁੱਤਰ ਬਿਮਾਰ ਹੈ, ਇਹਦੀ ਨਬਜ਼ ਵੇਖੋ, ਦੱਸੋ ਇਹਨੂੰ ਕੀ ਰੋਗ ਹੈ। ਉਸ ਵਕਤ ਉਹਨਾਂ ਦੋਨਾਂ ਨੇ ਮਿਲ ਕੇ ਨਬਜ਼ ਵੇਖੀ ਤੇ ਇਹਨੂੰ ਨਾੜੀ ਪ੍ਰੀਖਿਆ ਕਹਿੰਦੇ, ਨਾੜਾਂ ਦੀ ਪ੍ਰੀਖਿਆ ਕਰਨੀ। ਤੇ ਉਹਦੇ ਚ ਵੈਦ ਲੋਕ ਸਿਰਫ 3 ਉਂਗਲਾਂ ਹੀ, ਜਿਹੜਾ ਹੱਥ ਦੇ ਅੰਗੂਠੇ ਦੇ ਕੋਲ ਜਿਹੜੀ ਜਗ੍ਹਾ ਹੈ ਤੇ ਉਹ ਕੂਣੀ ਵਾਲੇ ਪਾਸੇ ਨੂੰ, ਉਹ ਮੁੱਢ ਦੇ ਵਿੱਚ ਹੀ ਇੱਥੇ 3 ਉਂਗਲੀਆਂ ਰੱਖਣਗੇ, 4 ਕਦੇ ਨਹੀਂ ਰੱਖਦੇ। ਜੇ 4 ਰੱਖਦਾ ਤਾਂ ਵੈਦ ਸਮਝ ਲਓ ਸਿਆਣਾ ਨਹੀਂ ਹੈ। ਉਹ 3 ਉਂਗਲਾਂ ਰੱਖੀਆਂ, ਉਹਦੇ ਵਿੱਚ ਕੀ ਹੁੰਦਾ ਹੈ, ਬਾਏ, ਪਿੱਤ ਤੇ ਕਫ, ਇਹ ਸਾਡੇ ਅੰਦਰ 3 ਖਿਲਤਾਂ ਨੇ। ਇਹਦੇ ਵਿੱਚ ਜੇ ਵਾਏ ਰੋਗ ਹੋਵੇ ਤਾਂ ਨਬਜ਼ ਜਿਹੜੀ ਆ ਉਹ ਪਹਿਲੀ ਉਂਗਲ ਦੇ ਹੇਠਾਂ ਟੱਪਦੀ ਮਹਿਸੂਸ ਹੋਏਗੀ ਤੇ ਉਹਦਾ ਢੰਗ ਤਰੀਕਾ ਹੈ, ਸਮਝ ਲੈਣਾ ਵੀ ਵਾਏ ਰੋਗ ਹੈ। ਜੇ ਦੂਸਰੇ ਨੰਬਰ ਤੇ ਫਿਰ ਪਿੱਤ ਰੋਗ ਹੈ, ਜੇ ਤੀਸਰੇ ਥਾਂ ਤੇ ਤਾਂ ਕਫ ਰੋਗ ਹੈ। ਉਹਦੀ ਚਾਲ ਨੂੰ ਦੇਖ ਕੇ ਹੀ ਸਮਝ ਲੈਂਦੇ ਆ ਵੀ ਇਹਨੂੰ ਕਿਹੜਾ ਰੋਗ ਹੈ। ਤੇ ਚੌਥਾ ਹੁੰਦਾ ਰੁਦਰ ਵਿਗਾੜ, ਜੇ ਖੂਨ 'ਚ ਵਿਗਾੜ ਆ ਗਿਆ ਹੋਵੇ ਤਾਂ ਕਈ ਪ੍ਰਕਾਰ ਦੇ ਚਮੜੀ ਦੇ ਰੋਗ ਲੱਗਦੇ ਆ। ਇਸ ਕਰਕੇ ਵੈਦਾਂ ਦਾ ਨਬਜ਼ ਦੇਖਣ ਦਾ ਤਰੀਕਾ ਸੀ। ਉਹ ਦੋਨਾਂ ਨੇ ਨਬਜ਼ ਫੜੀ ਵਾਰੀ ਵਾਰੀ, ਇੱਕ ਨੇ ਦੇਖੀ ਦੂਜੇ ਨੇ ਦੇਖੀ। ਉਹ ਸਿਰ ਮਾਰਦੇ ਆ, ਕਹਿੰਦੇ ਵੀ ਨਾ ਵਾਏ ਹੈ, ਨਾ ਪਿੱਤ ਹੈ, ਨਾ ਕਫ ਹੈ, ਰੁਦਰ ਵਿਗਾੜ ਵੀ ਨਹੀਂ ਦਿਸਦਾ। ਤੇ ਇਹਦੇ ਹੁਣ ਇਲਾਜ ਕਿਵੇਂ ਕਰੀਏ? ਅਸੀਂ ਤਾਂ ਇਲਾਜ ਉਹਦੇ ਅਨੁਸਾਰ ਕਰ ਸਕਦੇ ਹਾਂ ਵੀ ਰੋਗ ਕੀ ਹੈ। ਰੋਗ ਦਾਰੂ ਦੋਵੇਂ ਬੁੱਝੇ, ਰੋਗ ਨੂੰ ਵੀ ਜਾਣੇ ਤੇ ਫਿਰ ਉਹਦੀ ਦਾਰੂ ਵੀ ਕੀ ਹੈ, ਕਿਸ ਦਵਾਈ ਨਾਲ ਠੀਕ ਹੋ, ਉਹ ਵੈਦ ਸੁਜਾਨ ਕਿਹਾ ਹੈ। ਇਹ ਆਪਣੇ ਕਿਸੇ ਖਿਆਲ ਵਿੱਚ ਰੰਗੇ ਹੋਏ ਨੇ। ਇਹ ਸੁਣ ਕੇ ਸਤਿਗੁਰੂ ਜੀ ਉੱਠ ਕੇ ਬੈਠੇ ਹੋ ਗਏ। ਜੋਗੀ ਸੰਨਿਆਸੀ ਦੋਨਾਂ ਹਕੀਮਾਂ ਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਮੈਨੂੰ ਬਿਮਾਰ ਸਮਝਦੇ ਹੋ? ਕਹਿੰਦੇ ਨਹੀਂ ਮਹਾਰਾਜ, ਸਾਡੇ ਤਜਰਬੇ 'ਚ ਵੀ ਬਿਮਾਰ ਤਾਂ ਹੈ, ਪਰ ਤੁਹਾਡੀ ਮਾਤਾ ਨੂੰ ਖਿਆਲ ਹੈ। ਉਹ ਕਹਿੰਦੇ ਵੀ ਸੰਸਾਰ ਸਾਰਾ ਰੋਗੀ ਹੈ। ਸੰਸਾਰ ਦੇ ਅੰਦਰ ਤੰਦਰੁਸਤਾਂ, ਜਿਵੇਂ ਕਥਨ ਹੁੰਦਾ ਹੈ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋ। ਕਹਿੰਦੇ ਰੋਗ ਤੋਂ ਰਹਿਤ ਤਾਂ ਮੇਰਾ ਗੁਰੂ ਅਮਰਦਾਸ ਹੈ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ। ਸੰਸਾਰ ਤਾਂ ਰੋਗੀ ਹੈ, ਸੰਸਾਰ ਰੋਗੀ। ਕਹਿੰਦੇ ਹਕੀਮ ਜੀ ਤੁਸੀਂ ਵੀ ਰੋਗੀ ਹੋ, ਸੰਸਾਰ ਦੇ ਵਿੱਚ ਹੋ ਨਾ, ਤੁਸੀਂ ਵੀ ਰੋਗੀ ਹੋ। ਕਹਿੰਦੇ ਜੀ ਫਿਰ ਦਾਰੂ ਦੱਸੋ ਸਾਨੂੰ ਕੋਈ, ਜੇ ਅਸੀਂ ਰੋਗੀ ਹਾਂ ਤੁਸੀਂ ਤੰਦਰੁਸਤ ਹੋ, ਕੰਮ ਉਲਟ ਹੋ ਗਿਆ। ਇਹ ਆਪਣੇ ਆਪ ਨੂੰ ਤੰਦਰੁਸਤ ਮੰਨ ਕੇ ਭਾਈ ਜੇਠਾ ਜੀ ਨੂੰ ਤੇ ਰਾਮਦਾਸ ਜੀ ਨੂੰ, ਗੁਰੂ ਅਮਰਦਾਸ ਜੀ ਦੇ ਸੇਵਕ ਨੂੰ ਇਹ ਸਮਝ ਕੇ ਆਏ ਸੀ, ਮਾਤਾ ਦਇਆ ਕੌਰ ਦੇ ਪੁੱਤਰ ਸਮਝ ਕੇ ਇਹ ਆਏ ਸੀ ਵੀ ਇਹ ਰੋਗੀ ਹੈ। ਕੰਮ ਹੋ ਗਿਆ ਉਲਟ। ਕਹਿੰਦੇ ਸੰਸਾਰ ਰੋਗੀ ਹੈ। ਕਹਿੰਦੇ ਜੀ ਦਾਰੂ, ਕਹਿੰਦੇ ਸੰਸਾਰ ਰੋਗੀ ਨਾਮ ਦਾਰੂ, ਜਿਵੇਂ ਕਥਨ ਹੈ ਬਾਣੀ 'ਚ। ਕਹਿੰਦੇ ਜੀ ਫਿਰ ਇਹ ਨਾਮ ਦੀ ਦਾਰੂ ਮਿਲਦੀ ਕਿੱਥੇ ਹੈ? ਜਿਵੇਂ 5ਵੇਂ ਜਾਮੇ 'ਚ ਕਿਹਾ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਉਹ ਮਹਾਂਪੁਰਸ਼ਾਂ ਦੇ ਕੋਲੋਂ। ਕਹਿੰਦੇ ਮਹਾਰਾਜ ਤੁਹਾਡੋਂ ਵੱਡਾ ਮਹਾਂਪੁਰਸ਼ ਕਿਹੜਾ ਹੋਊਗਾ, ਤੁਸੀਂ ਕਿਰਪਾ ਕਰੋ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਠੀਕ ਹੈ। ਫਿਰ ਇਹ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਜਿਹੜਾ ਉਸ ਵੇਲੇ ਬਾਰਤ ਰੂਪ ਦੇ ਵਿੱਚ ਕੀਤਾ, ਤੇ ਫਿਰ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਫਿਰ ਮਹਾਰਾਜ ਨੇ ਉਹਨੂੰ ਸ਼ਬਦ ਰੂਪ ਦੇ ਦਿੱਤਾ। ਤੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਜਿਹੜੇ ਸ਼ਬਦ ਹੈ ਨਾ, ਇਹਦੇ 'ਚ ਇੱਕ ਹੋਰ ਵੀ ਵਿਚਾਰ ਹੈ ਜਿਹੜੀ ਇੱਥੇ ਕਹਿਣੀ ਬਣਦੀ ਹੈ। ਤੇ ਜਿਹੜਾ ਜੋਗੀ ਤੇ ਸੰਨਿਆਸੀ ਨੂੰ ਕੱਲਾ ਇੱਥੇ ਉਪਦੇਸ਼ ਨਹੀਂ ਦਿੱਤਾ, ਤੇ ਮਹਾਰਾਜ ਸਾਹਿਬ ਜੀ ਨੇ 4 ਰਾਗਾਂ ਦੇ 6 ਅਸ਼ਟਪਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਇਹਨਾਂ ਦੋਹਾਂ ਪ੍ਰਤੀ ਉਪਦੇਸ਼ ਹੈ, ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਹੈ, ਨਾਮ ਦਾ ਉਪਦੇਸ਼ ਦਿੱਤਾ ਹੈ। ਇਸੇ ਖਿਆਲ ਅਨੁਸਾਰ ਪੁਰਾਤਨ ਸਮੇਂ 6 ਅਸ਼ਟਪਦੀਆਂ ਬਲਾਵਰ ਰਾਗ ਦੀਆਂ ਜਿਹੜੀਆਂ ਪਿੱਛੇ ਆ ਚੁੱਕੀਆਂ ਹਨ, ਉਹ ਵੀ ਇਹਨਾਂ ਜੋਗੀ ਤੇ ਸੰਨਿਆਸੀ ਦੇ ਪ੍ਰਥਾਈ। 6 ਅਸ਼ਟਪਦੀਆਂ ਨਟ ਨਾਰਾਇਣ ਵਿੱਚ ਜਿਹੜੀਆਂ ਹੁਣ ਸ਼ੁਰੂ ਹੋਣ ਲੱਗੀਆਂ। 6 ਅਸ਼ਟਪਦੀਆਂ ਅੱਗੇ ਆਉਣਗੀਆਂ ਕਾਨ੍ਹਾ ਰਾਗ ਵਿੱਚ, ਉਸ ਤੋਂ ਅੱਗੇ 6 ਆਉਣਗੀਆਂ ਕਲਿਆਣ ਰਾਗ ਦੇ ਵਿੱਚ। ਇਹ 4 ਰਾਗਾਂ ਦੇ ਵਿੱਚ 6 ਚੌਕਾ 24 ਅਸ਼ਟਪਦੀਆਂ ਇਹ ਨਿਤਨੇਮ ਗੁਰਸਿੱਖ ਕਰਿਆ ਕਰਦੇ ਸੀ। ਇਸ ਬਾਣੀ ਨੂੰ ਗੁਰਸਿੱਖਾਂ ਨੇ ਗੁਰੂ ਰਾਮਦਾਸ ਮਹਾਰਾਜ ਦਾ ਉਚਾਰਨ ਕੀਤਾ, ਸੁਖਮਨਾ ਸਾਹਿਬ ਪ੍ਰਚਲਿਤ ਕੀਤਾ। ਜਿਵੇਂ ਉਹ ਸੁਖਣੀ ਸਾਹਿਬ ਹੈ, ਇਹ ਸੁਖਣਾ ਸਾਹਿਬ ਹੈ। ਇਹਦੀਆਂ ਵੀ 24 ਅਸ਼ਟਪਦੀਆਂ, ਉਹਦੀਆਂ 24 ਅਸ਼ਟਪਦੀਆਂ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਫਿਰ ਇਹ ਉਪਦੇਸ਼ ਦੇਣਾ ਸ਼ੁਰੂ ਕੀਤਾ। ਇਹਦੇ ਵਿੱਚ ਜਿਸ ਪ੍ਰਕਾਰ ਮਹਾਰਾਜ ਕਥਨ ਕਰਦੇ ਨੇ, ਸੁਣੋ ਜੀ। ਰਾਮ ਮੇਰੇ ਮਨ ਤਨ ਨਾਮ ਆਧਾਰੇ। ਰਾਮ ਹੈ ਭਾਈ,
ਮੇਰੇ ਮਨ ਤੇ ਤਨ ਵਿੱਚ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ। ਖਿਨ ਪਲ ਰਹਿ ਨਾ ਸਕੋ ਬਿਨ ਸੇਵਾ। ਮੈਂ ਸਤਿਗੁਰਾਂ ਦੀ ਸੇਵਾ ਟਹਿਲ ਤੋਂ ਵਾਂਝਾ ਹੋ ਗਿਆ। ਮੈਂ ਗੋਇੰਦਵਾਲ ਸਾਹਿਬ ਤੋਂ ਆ ਗਿਆ। ਉਹ ਤੋਂ ਬਿਨ ਬਗੈਰ ਇੱਕ ਖਿਨ ਪਲ ਮਾਤਰ ਵੀ ਰਹਿ ਨਹੀਂ ਸਕਦਾ ਹਾਂ। ਨਾ ਉਹਨਾਂ ਦੇ ਦਰਸ਼ਨਾਂ ਤੋਂ ਬਿਨਾਂ, ਨਾ ਉਹਨਾਂ ਦੀ ਸੇਵਾ ਤੋਂ ਬਿਨਾਂ। ਮੈਂ ਗੁਰਮਤਿ ਨਾਮ ਸੰਭਾਰੇ। ਮੈਂ ਗੁਰਮਤਿ ਗੁਰ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ ਯਾਦ ਕਰਦਾ ਹਾਂ, ਕਿਉਂਕਿ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ। ਤੇ ਨਹੀਂ ਤਾਂ ਮਨਮੁਖ ਹਰ ਹਰ ਕਰ ਸਕੇ, ਮੈਲ ਨਾ ਸਕੀ ਧੋਏ। ਮਨਮੁਖ ਵੀ ਹਰ ਹਰ ਕਰਦੇ ਹੈ, ਪਰ ਗੁਰਮਤਿ ਨਾਮ ਜਿਹੜਾ ਗੁਰੂ ਦੀ ਮੱਤ ਦੁਆਰਾ ਨਾਮ ਜਪਿਆ ਉਹ ਸਫਲਾ ਹੁੰਦਾ ਹੈ। ਮੈਂ ਯਾਦ ਕਰਦਾ ਹਾਂ। ਰਹਾਉ ਅਸਾਈ ਦੇ ਕੇ ਫਰਮਾਨ ਕਰਦੇ ਨੇ, ਹਰ 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 ਮਨ ਧਿਆਵਹੁ। ਤੇ ਇਹ ਤੁਕਾਂ ਮਹਾਰਾਜ ਦੀਆਂ, ਗੁਰੂ ਰਾਮਦਾਸ ਦੀਆਂ ਜਿੱਥੇ ਵੀ ਬਾਣੀ ਆਉਦੇ ਲੰਮੀਆਂ ਹੁੰਦੀਆਂ। ਹੁਣ ਇਹ ਸਾਰੀ ਤੁਕ ਦੇ 7 ਵਾਰੀ ਹਰ ਸ਼ਬਦ ਆ ਗਿਆ, 4 ਵਾਰੀ ਤਾਂ ਇਕੱਠਾ ਹੀ ਆ ਗਿਆ, 5ਵੀਂ ਵਾਰੀ ਹਰ ਮਨ ਧਿਆਵੋ ਇਹਦੇ ਨਾਲ ਆ ਗਿਆ। ਤੇ ਫਿਰ ਮੈਂ ਹਰ ਹਰ 2 ਵਾਰੀ ਇਹ ਆ ਗਿਆ, ਨਾਮ ਪਿਆਰੇ 7 ਵਾਰੀ ਆ ਗਿਆ। ਇਸ ਕਰਕੇ ਇਹਦੇ ਅਰਥਾਂ ਦੀ ਲਵੰਤਾ ਇਉਂ ਹੈ ਕਿ ਹੇ ਭਾਈ, ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਇਹ ਪਹਿਲੇ ਹਰ ਦਾ ਅਰਥ ਹੋ ਗਿਆ। ਤੇ ਜਾਂ ਫਿਰ ਪਾਪਾਂ ਦਾ ਹਰ ਹਾਰਕ, ਇਹ ਦੂਜਾ ਹਰ ਦਾ ਅਰਥ ਹੋ ਗਿਆ। ਸੰਸਿਆਂ ਦਾ ਹਰ ਹਾਰਕ, ਤੀਜੇ ਹਰ ਪਦ ਦਾ ਅਰਥ ਹੋ ਗਿਆ। ਹਰ ਪਰਮੇਸ਼ਰ ਚੌਥੇ ਹਰ ਦਾ ਅਰਥ ਹੈ। ਤੁਸੀਂ ਵੀ ਉਸ ਹਰ, ਇਹ 5 ਮਹਾਰ ਹੈ, ਤੁਸੀਂ ਵੀ ਉਸ ਹਰ ਪਰਮੇਸ਼ਰ ਦੇ ਨਾਮ ਨੂੰ ਮਨ ਚਿੱਤ ਵਿੱਚ ਧਿਆਵੋ, ਧਿਆਉਣਾ ਕਰੋ। ਇਹ ਇੱਥੇ ਤੱਕ ਕਰਦਾ ਹੈ। ਇਸੇ ਪ੍ਰਕਾਰ ਜੇ ਹਰ 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 ਮਨ ਧਿਆਵਹੁ। ਤੇ ਤੁਸੀਂ ਵੀ, ਮਹਾਰਾਜ ਕਹਿੰਦੇ ਜੋ ਹਰ ਤੇ ਪਰਮੇਸ਼ਰ ਵਾਹਿਗੁਰੂ ਹੈ ਜਿਹੜਾ, ਉਹਦਾ ਸਰਵਣ ਤੇ ਪ੍ਰਮਾਣਗਤ ਸੰਸੇ ਦਾ ਹਰ ਹਾਰਕ, ਮੰਨਣ ਤੇ ਪ੍ਰਮੇਗਤ ਸੰਸੇ ਦਾ ਹਰ ਹਾਰਕ, ਨਿਧਿਆਸਨ ਤੇ ਵਿਪਰਜੇ ਸੰਸੇ ਦਾ ਹਰ ਹਾਰਕ, ਉਸ ਹਰ ਪਰਮੇਸ਼ਰ ਦਾ ਨਾਮ ਤੁਸੀਂ ਵੀ ਮਨ ਬਾਣੀ ਸਰੀਰ ਕਰਕੇ ਧਿਆਵੋ, ਧਿਆਉਣਾ ਕਰੋ। ਮੈਂ ਹਰ ਹਰ ਨਾਮ ਪਿਆਰੇ। ਕਿਉਂਕਿ ਮੈਨੂੰ ਹਰ ਹਰ ਹਰੀ ਪਰਮੇਸ਼ਰ ਦਾ ਨਾਮ ਹੀ ਪਿਆਰਾ ਲੱਗਦਾ ਹੈ। ਮੈਨੂੰ ਤਾਂ ਪਿਆਰੇ ਸਤਿਗੁਰਾਂ ਨੇ ਹਰੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪਿਲਾਉਣਾ ਕੀਤਾ ਹੈ। ਇਸ ਕਰਕੇ ਮੈਂ ਹਰੀ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ, ਮੈਂ ਤਾਂ ਹਰ ਸਮੇਂ ਹਰੀ ਪਰਮੇਸ਼ਰ ਦੇ ਨਾਮ ਨੂੰ ਪਿਆਰ ਕਰਦਾ ਹਾਂ। ਹਰ ਵੇਲੇ ਵੀ ਇਹ ਨਾਮ ਤਾਂ ਨਹੀਂ ਮਨ ਦੇ ਵਿੱਚੋਂ ਭੁੱਲਦਾ। ਜਿਹੜੀ ਚੀਜ਼ ਪਿਆਰੀ ਹੁੰਦੀ ਹੈ ਭੁੱਲਿਆ ਨਹੀਂ ਕਰਦੀ, ਨਾਮ ਭੁੱਲਦਾ ਨਹੀਂ ਹੈ। ਦੀਨ ਦਇਆਲ ਭਏ ਪ੍ਰਭ ਠਾਕੁਰ। ਜਦੋਂ ਠਾਕੁਰ ਸੁਆਮੀ ਪਰਮੇਸ਼ਰ ਜੀ ਦੀਨ ਗਰੀਬ ਜਾਣ ਕੇ ਮੇਰੇ ਉੱਤੇ ਦਿਆਲੂ ਭਏ ਹੋਏ, ਦੀਨਾਂ ਤੇ ਦਇਆ ਤਰਸ ਕਰਨ ਵਾਲੇ ਪਰਮੇਸ਼ਰ ਜੀ ਦਿਆਲੂ ਹੋਏ। ਗੁਰ ਕੈ ਸ਼ਬਦ ਸਵਾਰੇ। ਤਾਂ ਮੈਂ ਮੇਰੇ ਮਨ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸਵਾਰਨਾ ਕੀਤਾ। ਉਹਦੇ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਸੀ ਉਹ ਸਾਰੇ ਦੂਰ ਕਰਕੇ ਸਵਾਰ ਦਿੱਤਾ ਹੈ। ਮਧਸੂਦਨ ਜਗ ਜੀਵਨ ਮਾਧੋ। ਮਧ ਕੈਟਵ ਦੋਨੇ ਦੈਤ ਸੀ ਨਾ ਜਿਹੜੇ ਭਗਵਾਨ ਜੀ ਨੇ ਮਾਰੇ, ਇਸ ਕਰਕੇ ਨਾਮ ਉਹਨਾਂ ਪੈ ਗਿਆ ਮਧਸੂਦਨ। ਮਧਸੂਦਨ ਤਾਂ ਪਿਆ ਸੀ। ਹੇ ਭਾਈ, ਮਧਸੂਦਨ ਮਧੂ ਦੈਤ ਨੂੰ ਕੱਟਣ ਮਾਰਨ ਵਾਲੇ ਤੇ ਮਦ ਭਾਵ ਹੰਕਾਰ ਆਦਿਕਾਂ ਨੂੰ ਅਰੂੜ ਬਿਰਤੀ ਹੋ ਕੇ ਤੇ ਬਿਰਤੀ ਚ ਅਰੂੜ ਹੋ ਕੇ ਕੱਟਣ ਵਾਲੇ ਜਗ ਜੀਵਨ, ਜਗ ਦੇ ਜੀਵਨ ਰੂਪ ਮਾਧੋ ਮਾਇਆਪਤੀ, ਉਹ ਪਰਮੇਸ਼ਰ ਜੀ ਹਨ, ਉਹ ਵਾਹਿਗੁਰੂ ਜੀ ਹਨ। ਮੇਰੇ ਠਾਕੁਰ ਅਗਮ ਅਪਾਰੇ। ਉਹ ਮੇਰੇ ਠਾਕੁਰ ਸੁਆਮੀ ਪਰਮੇਸ਼ਰ ਜੀ ਅਗਮ ਮਨ ਦੀ ਗਮਤਾ ਤੋਂ ਰਹਿਤ, ਅਪਾਰੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਇੱਕ ਬਿਨੋ ਬੇਨਤੀ ਕਰੋ ਗੁਰ ਆਗੇ। ਮੈਂ ਉਸ ਪਰਮੇਸ਼ਰ ਦਾ ਸਰੂਪ ਗੁਰ ਸਤਿਗੁਰੂ ਜੀ ਦੇ ਅੱਗੇ ਇਉਂ ਬੇਨਤੀਆਂ ਵਿੱਚੋਂ ਬੇਨਤੀ ਕਰੋ ਕਰਦਾ ਹਾਂ। ਬਿਨੋਂ ਬੇਨਤੀ ਹੈ ਨਾ, ਬੇਨਤੀਆਂ ਵਿੱਚੋਂ ਇਹ ਬੇਨਤੀ ਕਰਦਾ ਹਾਂ। ਬੇਨਤੀਆਂ ਤਾਂ ਹੋਰ ਵੀ ਕਿਸਮ ਦੀਆਂ ਹੁੰਦੀਆਂ ਹਨ ਕਿ ਕੀ ਬੇਨਤੀ ਕਰੋ ਇਹ ਗੁਰਾਂ ਦੇ ਅੱਗੇ ਤੇ ਹੇ ਸਤਿਗੁਰੂ ਕਿਰਪਾ ਕਰੋ। ਵੈ ਸਾਧੂ ਚਰਨ ਪਖਾਰੇ। ਤੇ ਕੀ ਬੇਨਤੀ ਕਰੀਏ ਕਿ ਮੈਨੂੰ ਆਪ ਜੀ ਦੇ ਸਾਧੂ ਸ੍ਰੇਸ਼ਟ ਜਨਾਂ ਦੇ ਤੇ ਉਹਨਾਂ ਦੇ ਚਰਨ ਪਖਾਰੇ, ਧੋਣ ਦੀ ਸੇਵਾ ਬਖਸ਼ੋ। ਮੈਂ ਚਰਨ ਧੋਵਾਂ, ਮੈਂ ਆਪ ਜੀ ਦੇ ਪਿਆਰੇ ਸੰਤਾਂ ਦੇ ਚਰਨਾਂ ਨੂੰ ਧੋਣਾ ਕਰਾਂ, ਚਰਨਾਂ ਦਾ ਪਖਾਰੇ ਪੱਖ ਲੈਣਾ ਕਰਾਂ। ਤੇ ਜਦੋਂ ਪਾਂਡਵਾਂ ਨੇ ਜਗ ਕਰਾਇਆ
ਤੇ ਸਾਰਿਆਂ ਨੇ ਆਪੋ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਵੰਡ ਲਈਆਂ ਤੇ ਸਾਰਿਆਂ ਦੀ ਵੰਡ ਕੀਤੀ ਗਈ। ਹੁਣ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਦੇਖੋ ਆਪਣੀ ਰਿਸ਼ਤੇਦਾਰੀ ਹੈ, ਇਹ ਤੁਹਾਡੀ ਭਾਵਨਾ ਹੈ ਜਿਹੜਾ ਮੈਨੂੰ ਭਗਵਾਨ ਮੰਨਦੇ ਹੋ, ਪਰ ਮੈਂ ਆਪਣੀ ਭੂਆ ਤੋਂ ਉਲਾਂਭਾ ਨਹੀਂ ਲੈਣਾ ਕੌਣ ਚਾਹੁੰਦਾ ਵੀ ਮੇਰੇ ਭਤੀਜੇ ਨੇ ਕੋਈ ਕੰਮ ਨਹੀਂ ਕਰਿਆ, ਤੇ ਪਰ ਗਿਆ ਵੀ ਮੈਂ ਆਪਣੀ ਮਰਜ਼ੀ ਦਾ ਕੰਮ ਕਰੂੰਗਾ, ਤੁਹਾਡੇ ਕਹੇ ਤੇ ਨਹੀਂ। ਉਹ ਕਹਿੰਦੇ ਭਗਵਾਨ ਜੀ ਤੁਹਾਡਾ ਦੇ ਵਿੱਚ ਆਉਣਾ ਹੀ ਬਹੁਤ ਹੈ ਵੀ ਅਸੀਂ ਕੰਮ ਤਾਂ ਕਿਹਾ ਹੀ ਨਹੀਂ। ਕਹਿੰਦੇ ਨਹੀਂ, ਸਭ ਨੇ ਕਰਨਾ, ਮੈਂ ਵੀ ਕਰੂੰਗਾ, ਬਾਕੀ ਸਾਰੀਆਂ ਜ਼ਿੰਮੇਵਾਰੀਆਂ ਵੰਡ ਦਿਓ, ਸੇਵਾਵਾਂ ਵੰਡ ਦਿਓ, ਲੇਕਿਨ 2 ਸੇਵਾ ਜਿਹੜੀਆਂ ਇਹ ਮੈਂ ਕਰੂੰਗਾ, ਇਹ ਨਹੀਂ ਕਿਸੇ ਹੋਰ ਨੂੰ ਦੇਣੀਆਂ। ਆਖੇ ਜੀ ਕਿਹੜੀਆਂ? ਕਹਿੰਦੇ ਇੱਕ ਤਾਂ ਜਦੋਂ ਮਹਾਪੁਰਸ਼ ਆਉਣਗੇ ਉਹਨਾਂ ਦੇ ਚਰਨ ਮੈਂ ਧੋਊਂਗਾ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਚਰਨ ਨਹੀਂ ਕੋਈ ਹੋਰ ਧੋਊਗਾ। ਤੇ ਦੂਸਰਾ ਜਦੋਂ ਭੋਜਨ ਫਿਰ ਵਰਤਾਓਗੇ ਤੁਸੀਂ ਤੇ ਸਾਰਾ ਕੁਝ ਤੁਸੀਂ ਕਰੋਗੇ, ਮੈਂ ਕੋਈ ਕੰਮ ਨਹੀਂ ਕਰਨਾ। ਤੇ ਜਦੋਂ ਪ੍ਰਸ਼ਾਦਾ ਛਕ ਲੈਣਗੇ ਉਹ ਝੂਠੇ ਭਾਂਡੇ ਮੈਂ ਚੱਕੂੰਗਾ, ਪੱਤਲਾਂ ਤੁਸੀਂ ਨਹੀਂ ਚੱਕਣੀਆਂ। ਇਹ 2 ਜ਼ਿੰਮੇਵਾਰੀਆਂ ਆਪ ਲਈਆਂ, ਪੱਤਲਾਂ ਝੂਠੀਆਂ ਚੱਕਣ ਦੀ ਸੇਵਾ ਮੰਗਦੇ ਆ, ਚਰਨ ਧੋਣ ਦੀ ਸੇਵਾ ਮੰਗਦੇ ਆ। ਇਹ ਨਿਮਰਤਾ ਹੈ, ਨਿਮਰਤਾ ਦੇਣ। ਸੇਵਾ ਦੇ ਵਿੱਚ ਕੋਈ ਗੁਣ ਹੈ ਐਸਾ? ਆ ਹੁਣ ਸਤਿਗੁਰੂ ਮਹਾਰਾਜ ਸਾਹਿਬ ਮੰਗ ਰਹੇ। ਇਹ ਪ੍ਰਾਤਨ ਰੀਤ ਚਲੀ ਆ ਰਹੀ ਹੈ। ਮੈਂ ਸਾਧੂ ਚਰਨ ਪਖਾਰੇ, ਜਦੋਂ ਮੇਰੇ ਕੋਲ ਮਹਾਤਮਾ ਆਉਣ ਜੀ ਮੈਂ ਉਹਨਾਂ ਦੇ ਚਰਨ ਪਖਾਰੇ ਨਾਲ ਧੋਣ ਦਾ, ਮੈਂ ਚਰਨ ਧੋਵਾਂ। ਇਹ ਮਹਾਰਾਜ ਮੈਨੂੰ ਸੇਵਾ ਬਖਸ਼ੋ। ਸਹਸ ਨੇਤਰ ਨੇਤਰ ਹੈ ਪ੍ਰਭ ਕਉ, ਜੋ ਜੀਵਾਂ ਦੀਆਂ ਸਹਿਸ ਹਜ਼ਾਰਾਂ ਨੇਤਰ ਅੱਖਾਂ ਹਨ, ਇਹੋ ਹੀ ਪ੍ਰਭ ਪਰਮੇਸ਼ਰ ਕੋ ਦੇ ਸਰਗੁਣ ਸਰੂਪ ਹੋਣ ਕਰਕੇ ਨੇਤਰ ਨੂੰ ਹੋਣ। ਭਾਵ ਪਰਮੇਸ਼ਰ ਹੀ ਦ੍ਰਿਸ਼ਟਾ ਰੂਪ ਹੈ ਜੋ ਸਾਰਿਆਂ ਨੂੰ ਦੇਖ ਰਿਹਾ ਹੈ। ਪ੍ਰਭ ਏਕੋ ਪੁਰਖ ਨਿਰਾਰੇ, ਇੱਕੋ ਹੀ ਪ੍ਰਭੂ ਪਰਮੇਸ਼ਰ ਪੁਰਖ ਪੂਰਨ ਤੇ 4 ਖਾਣੀਆਂ ਸਾਰੀਆਂ ਦੇਹਾਂ ਦੇ ਵਿੱਚ ਨਿਰਾਰੇ, ਨਿਆਰਾ ਭਾਵ ਅਸੰਗ ਹੈ। ਸਹਸ ਮੂਰਤ ਏਕੋ ਪ੍ਰਭ ਠਾਕੁਰ, ਪਰਮੇਸ਼ਰ ਆਪ ਹੀ ਸਹਿਸ ਹਜ਼ਾਰ ਮੂਰਤ ਸ਼ਕਲਾਂ ਧਾਰਦਾ ਹੈ ਅਤੇ ਠਾਕੁਰ ਸੁਆਮੀ ਪ੍ਰਭ ਪਰਮੇਸ਼ਰ ਆਪ ਹੀ ਫਿਰ ਨਿਰਗੁਣ ਸਰੂਪ ਵਿੱਚ ਏਕੋ ਪ੍ਰਭ ਠਾਕੁਰ, ਫਿਰ ਇੱਕੋ ਹੀ ਠਾਕੁਰ ਮਾਲਕ ਸੁਆਮੀ ਪਰਮੇਸ਼ਰ ਇੱਕੋ ਪ੍ਰਭ ਹੀ ਹੈ। ਫਿਰ ਇਹ ਇੱਕੋ ਹੀ ਸਰੂਪ ਹੋ ਜਾਂਦਾ ਜਦੋਂ ਖੇਡ ਸਮਾਪਤ ਕਰਦਾ ਹੈ। ਪ੍ਰਭ ਏਕੋ ਗੁਰਮਤਿ ਤਾਰੇ, ਖੇਲ ਸੰਕੋਚੈ ਤੋਂ ਨਾਨਕ ਇੱਕ ਹੈ। ਏਕੋ ਪ੍ਰਭ ਠਾਕੁਰ, ਐਸਾ ਇੱਕੋ ਵਾਹਿਗੁਰੂ ਹੈ। ਪ੍ਰਭ ਏਕੋ ਗੁਰਮਤਿ ਤਾਰੇ। ਤੇ ਗੁਰਮਤਿ ਗੁਰਾਂ ਦੀ ਸਿੱਖਿਆ ਦੁਆਰਾ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਇੱਕੋ ਉਸ ਦੀ ਸਿੱਖਿਆ ਹੀ ਹੈ, ਇੱਕੋ ਆਪ ਹੀ ਹੈ ਜੋ ਤਾਰਨ ਵਾਲਾ ਅਖੰਡ ਸਰੂਪ ਵਾਹਿਗੁਰੂ ਹੈ। ਗੁਰਮਤਿ ਨਾਮ ਦਮੋਦਰ ਪਾਇਆ, ਜਿਸ ਗੁਰਮੁਖ ਜਾਣੇ ਗੁਰਮਤਿ ਗੁਰ ਸਿੱਖਿਆ ਦੁਆਰਾ ਦਮੋਦਰ ਪਰਮੇਸ਼ਰ ਦੇ ਨਾਮ ਨੂੰ ਪਾਇਆ ਪਾਉਣਾ ਕੀਤਾ ਹੈ। ਹਰ ਹਰ ਨਾਮ ਉਰ ਧਾਰੇ, ਉਸਨੇ ਪਾਪਾਂ ਦੇ ਹਰ ਹਾਰਕ ਹਰ ਪਰਮੇਸ਼ਰ ਦੇ ਨਾਮ ਨੂੰ ਉਰ ਹਿਰਦੇ ਦੇ ਵਿੱਚ ਧਾਰਿਆ ਹੈ, ਬਸਾਉਣਾ ਕੀਤਾ ਹੈ। ਹਰ ਹਰ ਕਥਾ ਬਨੀ ਅਤ ਮੀਠੀ, ਤੇ ਉਸ ਗੁਰਮੁਖ ਜਨ ਨੂੰ ਹਰ ਹਰੀ ਹਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਵਾਲੀ ਕਥਾ ਸਰੂਪ ਲਖਣਾ ਤੇ ਤਟਸਥੀ ਲਖਣਾ ਦੁਆਰਾ ਇਉਂ ਅਤਿਅੰਤ ਹੀ ਮਿੱਠੀ ਰਸਦਾਇਕ ਬਣੀ ਹੋਈ ਹੈ। ਤੇ ਐਸੀ ਉਹਨਾਂ ਨੂੰ ਕਥਾ ਮਿੱਠੀ ਲੱਗਦੀ ਹੈ। ਹੋਰ ਕੋਈ ਚੀਜ਼ ਪਿਆਰੀ, ਮਿੱਠੀ ਤੋਂ ਭਾਵ ਪਿਆਰੀ ਲੱਗਦੀ ਹੈ। ਹੋਰ ਕੋਈ ਚੀਜ਼ ਨਹੀਂ ਪਿਆਰੀ ਲੱਗਦੀ ਜਿਵੇਂ ਜਿਉ ਗੂੰਗਾ ਗਟਕ ਸੰਭਾਰੇ, ਜਿਵੇਂ ਗੂੰਗਾ ਬੋਲਣ ਤੋਂ ਆਸਮਰੱਥ ਪੁਰਖ ਮਿੱਠੇ ਰਸਦਾਇਕ ਪਦਾਰਥ ਨੂੰ ਖਾ ਕੇ ਗਟਕਾਰੇ ਤਾਂ ਮਾਰ ਕੇ ਸੰਭਾਲਦਾ ਹੈ, ਯਾਦ ਕਰਦਾ ਹੈ। ਭਾਵ ਉਸ ਪੁਰਖ ਦੀ ਚਿਹਰੇ ਦੀ ਮੁਸਕਰਾਹਟ ਤਾਂ ਦੱਸਦੀ ਹੈ ਕਿ ਇਹਨੂੰ ਮਠਿਆਈ ਦਾ ਗੁੜ ਖਾਣ ਦਾ ਆਨੰਦ ਆਇਆ ਹੈ, ਬੜਾ ਆਨੰਦ ਆਇਆ ਹੈ। ਤੇ ਇਸ ਪ੍ਰਕਾਰ ਪਰ ਦੱਸ ਨਹੀਂ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਪੁੱਛੇ ਤੇ ਕੀ ਕਹੂਗਾ, ਉਹ ਦੱਸ ਨਹੀਂ ਸਕਦਾ। ਤੇ ਜਿਵੇਂ ਗੂੰਗਾ ਪੁਰਖ ਗਟਕਾਰੇ ਮਾਰ ਕੇ ਮਿੱਠੇ ਪਦਾਰਥਾਂ ਨੂੰ ਸਵਾਦ ਨੂੰ ਸੰਭਾਲਦਾ ਹੈ, ਤਿਵੇਂ ਗੁਰਮੁਖ ਜਨ ਹਰੀ ਪਰਮੇਸ਼ਰ ਅਤਿਅੰਤ ਮਿੱਠੀ ਅੰਮ੍ਰਿਤ ਕਥਾ ਦੇ ਰਸ ਨੂੰ ਦੱਸ ਨਹੀਂ ਸਕਦੇ, ਪਰ ਆਨੰਦ ਆਉਂਦਾ ਹੈ। ਤੋ ਇਸ ਕਰਕੇ ਭਾਈ ਜਿਨ੍ਹਾਂ ਨੂੰ ਕਥਾ ਦੇ ਵਿੱਚ ਨੀਂਦ ਦਾ ਹੀ ਰਸ ਆਉਣ ਲੱਗ ਜਾਂਦਾ ਹੈ, ਫਿਰ ਉਹਨਾਂ ਨੂੰ ਤਾਂ ਨਹੀਂ ਕਹਿ ਸਕਦੇ ਵੀ ਰਸ ਆਉਂਦਾ ਹੈ। ਜਿਹਨਾਂ ਨੂੰ ਰਸ ਆ ਰਿਹਾ ਉਹਨਾਂ ਨੂੰ ਨੀਂਦ ਨਹੀਂ ਆ ਸਕਦੀ, ਸੁਸਤੀ ਨਹੀਂ ਪੈ ਸਕਦੀ। ਅੱਗੇ ਦੱਸਦੇ ਹਨ ਜੀ, ਰਸਨਾ ਸਾਧ ਚਖੈ ਭਾਈ ਦੂਜੈ, ਜੋ ਮਨਮੁਖ ਦੂਜੈ ਦਵੈਤ ਭਾਵ ਜਿਹੜੀ ਹੈ ਨਾ, ਦਵੈਤ ਭਾਵ ਦੇ ਵਿੱਚ ਰਸਨਾ ਜੀਭ ਨਾਲ ਸਾਧ ਸਵਾਦ ਚੱਖਦੇ ਨੇ।
ਖੱਟੇ ਮਿੱਠੇ, ਤੇ ਉਹ ਫਿਰ ਇਹ ਜੀਵ ਦਾ ਸਵਾਦ ਕਿੱਥੇ ਕਿੱਥੇ ਲੈ ਜਾਂਦਾ ਹੈ। ਭਾਵੇਂ ਉਹਨਾਂ ਦੇ ਅਪਮਾਨ ਵੀ ਹੋਵੇ, ਭਾਵੇਂ ਝਿੜਕਾਂ ਵੀ ਪੈਣ, ਪਰ ਉਹ ਸਵਾਦ ਦੇ ਮਗਰ ਲੱਗੇ ਰਹਿੰਦੇ ਆ। ਉਹ ਕੀ ਹਨ? ਰਸਨਾ ਸਾਧ ਚਖੈ ਭਾਏ ਦੂਜੈ। ਦਵੈਸ਼ ਭਾਵਨਾ ਚ ਲੱਗਿਆ, ਸਾਦਾ ਖਾਣਾ ਨਹੀਂ ਰਿਹਾ, ਝਟਕੀਲੇ ਫਟਕੀਲੇ ਖਾਣੇ ਹੋ ਗਏ। ਜੀਵ ਦੇ ਮਗਰ ਲੱਗ ਕੇ ਖਾਣੇ, ਸਿਹਤ ਵੀ ਤਾਂ ਹੀ ਖਰਾਬ ਹੁੰਦੀ ਹੈ। ਤੇ ਫਿਰ ਕਹਿੰਦੇ ਜਿਨ੍ਹਾਂ ਨੇ ਇਹ ਸਾਧ ਚਖਣੇ ਰਸਨਾ ਦੁਆਰਾ, ਜੀਵ ਦੁਆਰਾ, ਜੀਵ ਦੇ ਚਸਕੇ ਪੈ ਗਏ ਜਿਨ੍ਹਾਂ ਨੂੰ ਖਾਣ ਦੇ। ਆਤ ਫੀਕੇ ਲੋਭ ਵਿਕਾਰੇ। ਉਹ ਅਤ ਅਤਿਅੰਤ ਫਿੱਕੇ ਮਨ ਵਾਲੇ ਨੇ, ਨਾਮ ਨਹੀਂ ਬਸੂਗਾ ਉੱਥੇ। ਤੇ ਫੀਕੇ ਬੇਰਸੀ ਕੌੜੇ ਵਚਨ ਬੋਲਣ ਵਾਲੇ ਨੇ, ਲੋਭ ਦੇ ਮਾਰੇ ਹੋਏ ਨੇ, ਕਾਮ ਕ੍ਰੋਧ ਆਦਿ ਦੇ ਵਿਕਾਰਾਂ ਦੇ ਖਾਦੇ ਪਏ ਨੇ, ਵਿਕਾਰਾਂ ਵਿੱਚ ਹੀ ਫਸੇ ਹੋਏ ਨੇ। ਅਤ ਫੀਕੇ ਲੋਭ ਵਿਕਾਰੇ, ਜੋ ਮਨਮੁਖ ਦੂਜੇ ਦਵੈਤ ਭਾਵ ਵਾਲੇ ਰਸਾਂ ਸਵਾਦਾਂ ਰਸਨਾ ਦੇ ਨਾਲ ਚਖਦੇ ਰਹਿੰਦੇ ਨੇ, ਉਹ ਫਿਰ ਸਵਾਦ ਅਤਿਅੰਤ ਜਿਹੜੇ ਨੇ, ਅਤ ਫੀਕੇ ਲੋਭ ਵਿਕਾਰੀ, ਅਤਿਅੰਤ ਫਿੱਕੇ ਨੇ, ਲੋਭ ਦੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਹਨ ਜੀ। ਜੋ ਗੁਰਮੁਖ ਸਾਧ ਚਖੈ ਰਾਮ ਨਾਮਾ। ਜਿਹੜਾ ਗੁਰਮੁਖ ਜਨ ਗੁਰਾਂ ਦੁਆਰਾ ਰਾਮ ਪਰਮੇਸ਼ਰ ਦੇ ਨਾਮ ਨੂੰ ਸਾਧ ਸਵਾਦ ਜਿਹੜਾ ਚਖਦੇ ਹਨ। ਸਭ ਅੰਦਰਸ ਸਾਧ ਵਿਸਾਰੇ। ਉਹ ਸਭ ਸਾਰੇ ਅੰਦਰਸ ਦਵੈਤ ਦੇ ਰਸ ਵਾਲੇ ਸਾਧ ਸਵਾਦ ਵਿਸਾਰੇ, ਵਿਸਾਰ ਦਿੱਤੇ ਨੇ ਉਹਨਾਂ ਨੇ ਭਾਈ। ਗੁਰਮਤਿ ਰਾਮ ਨਾਮ ਧਨ ਪਾਇਆ। ਉਹ ਗੁਰਮੁਖ ਜਨਾਂ ਨੇ ਗੁਰਮਤਿ ਗੁਰਾਂ ਦੀ ਸਿੱਖਿਆ ਦੁਆਰਾ ਰਾਮ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਪਾਇਆ, ਪਾਉਣਾ ਕੀਤਾ ਹੈ। ਸੁਣ ਕਹਿਤਿਆ ਪਾਪ ਨਿਵਾਰੇ। ਨਾਮ ਦੇ ਸੁਣਨ ਵਾਲਿਆਂ ਨੇ, ਮੁਖੋਂ ਕਹਿਤਿਆਂ ਕਥਨ ਕਰਨ ਵਾਲਿਆਂ ਨੇ ਪਾਪ ਨਿਵਾਰੇ, ਨਿਵਰਤ ਕਰ ਦਿੱਤੇ, ਪਾਪ ਨਾਸ ਹੋ ਗਏ ਉਹਨਾਂ ਦੇ। ਧਰਮ ਰਾਏ ਜਮ ਨੇੜ ਨਾ ਆਵੇ। ਤੇ ਫਿਰ ਭਾਈ ਦੇਖੋ ਕਥਾ ਦਾ ਪ੍ਰਤਾਪ। ਤੇ ਧਰਮ ਰਾਜ ਦੇ ਜਿਹੜੇ ਜਮਦੂਤ ਨੇ, ਤੇ ਉਹ ਨੇੜੇ ਵੀ ਨਹੀਂ ਆਉਂਦੇ। ਉਹਨਾਂ ਨੇ ਦੁੱਖ ਤਾਂ ਇੱਕ ਪਾਸੇ ਦੇਣਾ ਰਿਹਾ, ਤੇ ਨਾਮ ਜਪਣ ਵਾਲੇ ਜਿਹੜੇ ਨੇ, ਸਤ ਸੰਗਤ ਕਰਨ ਵਾਲੇ, ਕਥਾ ਸੁਣਨ ਵਾਲੇ, ਉਹਨਾਂ ਦੇ ਫਿਰ ਨਾਮ ਸੁਣਤ ਜਮ ਦੂਰ ਹੋਂ ਭਾਗੈ। ਦੂਰ ਤੋਂ ਦੌੜ ਜਾਂਦਾ, ਕਹਿੰਦਾ ਉਹ ਨਹੀਂ ਮੇਰੇ ਠਾਕਰ ਦੇ ਪਿਆਰੇ ਨਾਮ ਜਪਣ ਵਾਲੇ ਨੇ, ਨੇੜੇ ਨਹੀਂ ਲੱਗਦਾ ਜਮ ਉਹਨਾਂ ਦੇ। ਇਸ ਕਰਕੇ ਧਰਮ ਰਾਏ ਜਮ ਨੇੜ ਨਾ ਆਵੇ। ਜਿਹੜੇ ਜਮਾਂ ਨੇ ਜਿਵੇਂ ਬਿੱਲੀ ਚੂਹੇ ਦਾ ਹਾਲ ਕਰਦੀ ਹੈ, ਜਿਹੜੇ ਜਮ ਨੇ ਉਹ ਹਾਲ ਕਰਨਾ ਹੈ। ਜਿੰਦਨ ਮਾਣੀ ਕੱਢੀਆ ਹੱਡਾਂ ਕੂਕੜ ਕਾਏ, ਉਹ ਫਿਰ ਨੇੜੇ ਵੀ ਨਹੀਂ ਆਉਂਦਾ। ਤੇ ਇਸ ਕਰਕੇ ਕਿਹਾ ਹੈ। ਤੇ ਐਸਾ ਜੋ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਹੈ। ਮੇਰੇ ਠਾਕੁਰ ਕੇ ਜਨ ਪਿਆਰੇ। ਮੇਰੇ ਠਾਕੁਰ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ, ਜਿਹੜੇ ਠਾਕੁਰ ਸੁਆਮੀ ਦੇ ਪਿਆਰੇ ਭਗਤ ਜਨ, ਉਹਨਾਂ ਦੇ ਧਰਮ ਰਾਜ ਦੇ ਜਮ ਜਿਹੜੇ ਨੇੜੇ ਨਜ਼ਦੀਕ ਨਹੀਂ ਆਉਂਦੇ ਹੈ। ਤੇ ਉਹ ਤਾਂ ਉਹਨਾਂ ਦੀ ਬਾਟ ਧਰਮ ਰਾਜ ਦੇ ਦੂਤਾਂ ਦੀ ਹੋਇਆ। ਜਹ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਰਸਤਾ ਹੀ ਦੂਰ ਹੈ, ਉਸ ਰਸਤੇ ਨਹੀਂ ਜਾਂਦੇ। ਇਸ ਕਰਕੇ ਐਸੇ ਜੋ ਰੱਬ ਦੇ ਪਿਆਰੇ ਹਨ। ਸਾਸ 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 ਹੈ ਜੇਤੇ। ਜੇਤੇ ਜਿਤਨੇ ਵੀ ਜਾਗਰਤ ਅਵਸਥਾ ਦੇ ਸਾਸ ਸਵਾਸ ਹਨ, ਸੁਪਨ ਅਵਸਥਾ ਦੇ ਸਵਾਸ ਹਨ, ਤੇ ਜਾਂ ਫਿਰ ਸੁਖੋਪਤੀ ਅਵਸਥਾ ਦੇ ਸਵਾਸ ਹਨ। ਤਿੰਨ ਵਾਰੀ ਹੈ ਨਾ, ਸਾਸ 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 ਹੈ ਜੀਤੇ। ਜਾਗਰਤ ਅਵਸਥਾ ਦੇ ਸਵਾਸ ਸਾਹ ਜਿਹੜੇ ਆਉਂਦੇ ਨੇ, ਸੁਪਨ ਅਵਸਥਾ ਦੇ ਸਾਸ ਸਵਾਹ ਉਹਦੇ ਵਿੱਚ ਵੀ ਆ ਰਹੇ ਨੇ ਸਵਾਸ, ਸੁਖੋਪਤੀ ਅਵਸਥਾ ਦੇ ਵਿੱਚ ਵੀ ਜਿਹੜੇ ਸਵਾਸ ਆ ਰਹੇ ਹਨ, ਜੀਤੇ ਜਿੰਨੇ ਵੀ ਹਨ। ਮੈਂ ਗੁਰਮਤਿ ਨਾਮ ਸੰਭਾਰੇ। ਉਹ ਗੁਰੂ ਦੀ ਮਤ ਦੁਆਰਾ, ਤੇ ਕਹਿੰਦੇ ਉਹਨਾਂ ਸਵਾਸਾਂ ਦੇ ਨਾਲ, ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸੰਭਾਲਦਾ ਹਾਂ। ਜਾਂ ਫਿਰ ਸਾਸ ਬਾਲਕ ਅਵਸਥਾ ਦੇ ਵਿੱਚ ਜਿਹੜੇ ਸਾਸ ਆ ਰਹੇ, ਸਾਸ ਜਵਾਨੀ ਦੇ ਵਿੱਚ ਜਿਹੜੇ ਸਵਾਸ, ਤੇ ਸਾਸ ਬਿਰਧ ਅਵਸਥਾ ਦੇ ਵਿੱਚ ਜਿੰਨੇ ਸਵਾਸ ਹਨ, ਇਹ ਜਿੰਨੇ ਵੀ ਸਾਸ ਸਵਾਸਾਂ ਦੇ ਸਵਾਸ ਰੂਪ ਪਰਮੇਸ਼ਰ ਨੇ ਸਵਾਸ ਦਿੱਤੇ ਨੇ, ਉਤਨੇ ਸਵਾਸਾਂ ਨਾਲ ਮੈਂ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸੰਭਾਲਦਾ ਹਾਂ। ਸਾਸ ਸਾਸ ਜਾਏ ਨਾਮੈ ਬਿਨ। ਜੋ ਪਰਮੇਸ਼ਰ ਦੇ ਨਾਮੇ ਨਾਮ ਤੋਂ ਬਿਨ ਬਗੈਰ ਜਾਗਰਤ ਅਵਸਥਾ ਜਾਂ ਸਾਸ ਸਵਾਸ, ਸੁਪਨ ਅਵਸਥਾ ਦੇ ਸਾਸ ਸਵਾਸ ਜਾਏ ਜਾਂਦੇ ਨੇ, ਸਕੋਪਤੀ ਅਵਸਥਾ ਦੇ ਸਵਾਸ ਨੇ,
ਇਹ ਜਿਹੜੇ ਸਵਾਸ ਜਾ ਰਹੇ ਹਨ ਨਾਮ ਤੋਂ ਬਿਨਾਂ, ਸੋ ਬਿਰਥਾ ਸਾਸ ਵਿਕਾਰੇ। ਉਹ ਸਵਾਸ ਜਿਹੜੇ ਨੇ ਵਿਅਰਥ ਹੋ ਗਏ। ਕਾਮ ਕਰੋ ਆਦ ਵਿਕਾਰੇ, ਵਿਕਾਰਾਂ ਨੂੰ ਪੈਦਾ ਕਰਨ ਵਾਲੇ ਹੁੰਦੇ ਐ। ਉਹ ਸਵਾਸ ਖੋਟੀ ਕਾਰਾਂ ਵਿੱਚ ਲੱਗਣ ਕਰਕੇ ਉਹ ਤਾਂ ਵਿਅਰਥ ਹੋ ਗਏ, ਬੇਕਾਰ ਹੋ ਗਏ। ਜ਼ਿੰਦਗੀ ਕਿਸੇ ਅਰਥ ਨਾ ਰਹੀ, ਉਹ ਤਾਂ ਭਾਈ ਬੇਕਾਰ ਹੋ ਗਈ ਜ਼ਿੰਦਗੀ। ਤੇ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਮਤ ਖੋਏ, ਕਿਆ ਜਾਨੂ ਕਿ ਅੰਤ ਕੋ ਇਹੀ ਸਵਾਸ ਮਤ ਹੋਏ। ਕੀ ਪਤਾ ਵੀ ਅੰਤਲਾ ਸਾਹ ਹੀ ਹੋਵੇ। ਹਰ ਜਪਦਿਆਂ ਖਿੰਨ ਢਿਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੈ ਸਹੁ ਆਵੈ ਕਿ ਨਾ ਆਵੈ ਰਾਮ। ਸਵਾਸਾਂ ਦਾ ਭਰੋਸਾ ਨਹੀਂ ਕਰਨਾ। ਇਸ ਕਰਕੇ ਹਰ ਸਵਾਸ ਨਾਮ ਜਪੋ, ਇਹ ਹਦਾਇਤ ਕੀਤੀ ਮਹਾਰਾਜ ਨੇ। ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ। ਔਰ ਨਾਲ ਆਪਣੀ ਅਵਸਥਾ ਦੱਸੀ ਹੈ ਵੀ ਮੈਂ ਤਾਂ ਹਰ ਸਵਾਸ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਸੰਭਾਲਦਾ। ਜਿਗਿਆਸੂ ਉਤਸ਼ਾਹਤ ਕੀਤਾ, ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ। ਹੇ ਕਿਰਪਾ ਦੀ, ਕਿਰਪਾ ਦੀ ਆਕਰ ਖਾਨ, ਵਿਆਕਰਨ ਅਨੁਸਾਰ ਅਰਥ ਬਣ ਜਾਂਦਾ ਹੈ। ਤੇ ਕੰਨੇ ਚੋਂ ਐੜਾ ਮਿਲ ਗਿਆ, ਕਿਰਪਾ ਦੀ ਆਕਰ ਬਣ ਗਿਆ। ਆਕਰ ਨਾਮ ਖਾਨ ਦਾ। ਕਿਰਪਾ ਦੀ ਖਾਨ ਪਰਮੇਸ਼ਰ, ਮੇਰੇ ਉੱਤੇ ਕਿਰਪਾ ਦਇਆ ਦ੍ਰਿਸ਼ਟੀ ਕਰ। ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਮਹਾਰਾਜ, ਤੇਰੀ ਓਟ ਵਿੱਚ ਆਇਆ ਹਾਂ। ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ। ਹੇ ਕਿਰਪਾ ਦੀ, ਕਿਰਪਾ ਆਕਰ ਖਾਨ, ਖਾਣੀ ਪਰਮੇਸ਼ਰ ਮੇਰੇ ਉੱਤੇ ਕਿਰਪਾ ਦਇਆ ਦ੍ਰਿਸ਼ਟੀ ਕਰ। ਮੈਂ ਦੀਨ ਗਰੀਬ ਤੇਰੀ ਸ਼ਰਨ ਓਟ ਵਿੱਚ ਆਇਆ ਹਾਂ। ਮੋਕਾ ਹਰ ਜਨ ਮੀਲ ਪਿਆਰੇ। ਮੇਰੇ ਪਿਆਰੇ ਹਰ ਪਰਮੇਸ਼ਰ, ਮੈਨੂੰ ਪਿਆਰੇ ਭਗਤ ਜਨਾਂ ਦੇ ਨਾਲ ਮੇਲਣਾ ਕਰ, ਉਹਨਾਂ ਦੀ ਸੰਗਤ ਦੇ ਦਿਓ। ਨਾਨਕ ਦਾਸਨ ਦਾਸ ਕਹਿਤ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਮੈਂ ਤੇਰੇ ਦਾਸਨ ਸੇਵਕਾਂ ਦਾ ਮਨ ਬਾਣੀ ਸਰੀਰ ਕਰਕੇ ਦਾਸ ਸੇਵਕ ਹੋ ਕੇ ਇਹੋ ਹੀ ਆਖਦਾ ਹਾਂ, ਇਹੋ ਹੀ ਕਹਿੰਦਾ ਹਾਂ। ਤੇ ਜੋ ਤੇਰੇ ਦਾਸਾਂ ਦੇ ਦਾਸ ਕਥਨ ਕੀਤੇ ਜਾਂਦੇ ਹਨ, ਮੈਂ ਉਹਨਾਂ ਦਾਸਾਂ ਦੇ ਜੋ ਵੀ ਅੱਗੇ ਦਾਸ ਹਨ, ਹਮ ਦਾਸਨ ਕੇ ਪਨਿਹਾਰੇ। ਮੈਂ ਉਹਨਾਂ ਦਾਸਾਂ ਦੇ ਅੱਗੇ ਪਨਿਹਾਰੇ ਪਾਣੀ ਭਰਨ ਵਾਲਾ ਦਾਸ ਹਾਂ। ਨਾਨਕ ਦਾਸਨ ਦਾਸ ਕਹਿਤ ਹੈ, ਹਮ ਦਾਸਨ ਕੇ ਪਨਿਹਾਰੇ। ਇਹਦੇ ਚ ਸਮਝਣ ਦੀ ਲੋੜ ਹੈ। ਮਹਾਰਾਜ ਸਾਹਿਬ ਜੀ ਨੇ ਸਾਨੂੰ ਨਿਮਰਤਾ ਦੇਣ ਵਾਸਤੇ ਇਹ ਸਿੱਖਿਆ ਦਿੱਤੀ ਹੈ ਕਿ ਹੰਗਤਾ ਨੇੜੇ ਤੇੜੇ ਨਹੀਂ ਆਉਣੀ ਚਾਹੀਦੀ ਸਿੱਖਾ। ਜੇ ਗੁਰੂ ਇਹ ਗੱਲ ਕਹਿੰਦਾ ਵੀ ਮੈਂ ਦਾਸ ਹੀ ਨਹੀਂ ਕੱਲਾ, ਮੈਂ ਦਾਸਾਂ ਦੇ ਵੀ ਜਿਹੜੇ ਦਾਸ ਹਨ ਉਹਨਾਂ ਦਾ ਦਾਸ ਹਾਂ। ਜਨ ਨਾਨਕ ਦਾਸਨ ਦਾਸ ਕਹਿਤ ਹੈ, ਹਮ ਦਾਸਨ ਕੇ ਪਨਿਹਾਰੇ। ਐਵੇਂ ਕਿਹਾ, ਨਾਨਕ ਦਾਸਨ ਦਾਸ ਕਹਿਤ ਹੈ, ਹਮ ਦਾਸਨ ਕੇ ਪਨਿਹਾਰੇ। ਦਾਸਾਂ ਦੇ ਦਾਸ ਤੇ ਅਸੀਂ ਮਹਾਰਾਜ ਉਹਨਾਂ ਦੀ ਪਾਣੀ ਭਰਨ ਵਾਲੇ। ਪੁਰਾਣੇ ਸਮੇਂ 'ਚ ਨਾ ਘਰਾਂ ਦੇ ਵਿੱਚ ਪਾਣੀ ਭਰਨ ਵਾਲਾ ਗਰੀਬ ਮਜ਼ਦੂਰ ਹੁੰਦਾ ਸੀ, ਝੀਵਰ ਪਾਣੀ ਭਰਦਾ ਹੁੰਦਾ ਸੀ। ਉਹਦੀ ਸਮਾਜ 'ਚ ਕੋਈ ਬਹੁਤੀ ਕੀਮਤ ਨਹੀਂ ਸੀ, ਗਰੀਬ ਸੀ। ਜਿਹੋ ਜਿਹਾ ਕਿਸੇ ਨੇ ਦੇਤਾ ਲਿਆ, ਪਾਣੀ ਸਾਰੇ ਪਿੰਡ ਦਾ ਭਰਨਾ। ਮੈਂ ਬਚਪਨ ਦੇਖਿਆ ਪਾਣੀ ਭਰਨ ਵਾਲਾ ਭਾਈ ਭਰਦਾ ਹੁੰਦਾ ਸੀ, ਸਾਰੇ ਸਾਡੇ ਘਰ ਵਿੱਚ ਹੀ ਆਉਂਦਾ ਸੀ ਭਰਦਾ। ਤੇ ਉਹ ਸਮਾਜ ਦੇ ਵਿੱਚ ਉਹਨੂੰ ਐਂ ਸਮਝਿਆ ਜਾਂਦਾ ਸੀ ਵਿਚਾਰਾ ਗਰੀਬ ਹੈ। ਇੰਨੀ ਨਿਮਰਤਾ, ਗਰੀਬੀ ਦਾ ਅਰਥ ਹੈ ਨਿਮਰਤਾ, ਗਰੀਬੀ ਦਾ ਅਰਥ ਕੰਗਾਲੀ ਨਹੀਂ ਹੈ। ਮਹਾਰਾਜ ਕਿਰਪਾ ਕਰੋ, ਅਸੀਂ ਤਾਂ ਉਹਨਾਂ ਦੇ ਵੀ ਪਾਣੀ ਭਰਨ ਵਾਲੇ। ਪਨਿਹਾਰਾ ਹੁੰਦਾ ਪਾਣੀ ਭਰਨ ਵਾਲਾ। ਉਹਨਾਂ ਦੇ ਅੱਗੇ ਕਹਿੰਦਾ ਫਲਾਣਾ ਫਲਾਣੇ ਦਾ ਪਾਣੀ ਭਰਦਾ ਫਿਰਦਾ, ਉਹਦਾ ਮਤਲਬ ਕੀ ਹੁੰਦਾ? ਉਹਦੇ ਅੱਗੇ ਕੰਮ ਕਰਦਾ ਫਿਰਦਾ। ਅਸੀਂ ਉਹਨਾਂ ਦੀ ਵੀ ਸੇਵਾ ਕਰਦੇ ਰਹੀਏ। ਇਹ ਮਹਾਰਾਜ ਨੇ ਨਿਮਰਤਾ ਦਿੱਤੀ ਹੈ। ਅੱਜ ਸਾਧ ਸੰਗਤ ਜੀ ਮੱਸਿਆ ਦਾ ਦਿਹਾੜਾ ਹੈ, ਦੀਵਾਨ ਸਜਣਾ ਹੈ ਤੇ ਲੰਗਰ ਆਦਿ ਦਾ ਪ੍ਰਬੰਧ ਹੈ। ਸਾਰੇ ਤੁਸੀਂ ਆਪ ਭਾਈ ਗੁਰਮੁਖਾਂ ਨੇ ਸੇਵਾ ਕਰਨੀ ਹੈ। ਸੰਥਾ ਵੀ ਫੁਰਤੀ ਦੇ ਨਾਲ ਪਕਾਓ ਆਪਣੀ। ਜਿਹੜੀਆਂ ਜਥੇਦਾਰ ਜੀ ਨੇ ਡਿਊਟੀਆਂ ਲਾਈਆਂ, ਜ਼ਿੰਮੇਵਾਰੀਆਂ, ਉਹ ਵੀ ਨਿਭਾਓ। ਇਸ ਕਰਕੇ ਅੱਜ 15 ਮਿੰਟ ਪਹਿਲਾਂ ਸਮਾਪਤੀ ਕੀਤੀ ਜਾਂਦੀ ਹੈ, ਕਿਉਂਕਿ ਮੱਸਿਆ ਦਾ ਦਿਹਾੜਾ ਹੈ। ਆਓ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ। ਕੱਲ ਪਾਵਨ ਦਿਹਾੜਾ ਸੀ 23 ਸਾਵਣ, ਜੋ 1763 ਬਿਕਰਮੀ ਵਿੱਚ 23 ਸਾਵਣ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੱਲ ਦੇ ਦਿਨ, ਜਿਹੜਾ ਕੱਲ ਲੰਘਿਆ, ਤਖਤ ਸ੍ਰੀ ਦਮਦਮਾ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਅਰਥਾਂ ਸਮੇਤ ਕੀਤੀ ਸੀ। ਭਾਈ ਮਨੀ ਸਿੰਘ ਸਾਹਿਬ ਤੋਂ ਇਹ ਬੀੜ ਲਿਖਵਾਈ ਤੇ ਉਹੀ ਬੀੜ ਦਮਦਮੀ ਬੀੜ ਅੱਜ ਪ੍ਰਚਲਿਤ ਹੈ ਸਾਰੇ ਸੰਸਾਰ ਵਿੱਚ। ਉਹ ਸ੍ਰੀ ਮੁਖ ਵਾਕ ਮਹਾਰਾਜ ਨੇ ਅਨੁਭਵ ਦੁਆਰਾ ਉਚਾਰਨ ਕੀਤੇ
सारी भीड़ जिहड़ी है। 9वें पातशाह की बाणी चाढ़ी ते इत्थों ही आप जी की रसना तो महाराज साहब जी जिथे गुरु ग्रंथ साहिब दा संपूर्णता का दिन है, उत्थे साध संगत संप्रदा दमदमी टकसाल की आरंभता का दिन है। महाराज साहब ने इत्थों फिर टकसाल आरंभ की है। महाराज साहब ने कहा सी ये कंसी साडी कंसी है, गुरु की कंसी, यह है प्रगट हमारी कंसी, पढ़ा इहां ढोर मतरा सी। इउं महाराज साहब जी ने फिर बाबा दीप सिंह भाई मनी सिंह साहब नूं ये बख्शां कीतियां। बाबा दीप सिंह साहब ने दमदमा साहिब रह के गुरु गोबिंद सिंह साहब की विद्या का सोमा जारी रखिया। भाई मनी सिंह साहब ने अमृतसर साहब जाके ਉਹ ਤੋਂ अनेकां अज शाखा हो करके संसार विच पंथ खालसे दे अंदर गुरु गोबिंद सिंह जी दे अर्थ आ भी जिहड़े आपां विचारे गुरु गोबिंद सिंह दी देन है। ये पंथ नूं बड़े दाते दी देन है। उदों अगे फिर भाई जिवें बादशाह दे लायक पुत्र होण, ਉਹ फिर खजाने नूं होर ਉਹਦੇ ਚ वाधा करदे आ। जिथों कोई हीरा मिल गया ਉਹ भी लिया के खजाने च पाउंदे आ, मेरे पिता दा खजाना है, ਇਹਦੇ ਚ वाधा होना चाहिए। ਉਹ अनुभव दे अर्थ गुरबाणी नूं समझ समझ के संत ज्ञानी सुंदर सिंह जी वर्गे महापुरखा ने, संत बाबा बिशन सिंह जी वर्गे महापुरखा ने, संत ज्ञानी सुंदर सिंह जी वर्गे महापुरखा ने फिर वाधे कीते, संत ज्ञानी गुरबचन सिंह जी वर्गे महापुरखा ने। ते ओ खजाना भाई पिओ दादे का खोल डिटा खजाना, ता मेरे मन प्यार नदाना। आओ इत्थे समाप्ति भुलां चुकां दी खिमा करनी जी। कृपा कृपा कर दीन प्रभ सरणी, मोको हर जन मेल प्यारे। नानक दासन दास कहत है, हम दासन के पनहारे। वाहिगुरु जी का खालसा, वाहिगुरु जी की फतेह।